राम जपो जी ऐसे ऐसे, ध्रुव प्रहलाद जप्यो हर जैसे, दीन दयाल परोसे तेरे, सब परवार चढ़ाया बेड़े, रहाउ जां तिस भावै तां हुक्म मनावै, इस बेड़े को पार लंघावै, गुर प्रसाद ऐसी बुद्ध समानी, चूक गई फिर आवन जानी, कहो कबीर भज सारंग पानी, पुरवार पार सब एको दानी, कहो कबीर भज सारंग पानी, पुरवार पार सब एको दानी। सो वाहिगुरु जी का खालसा, वाहिगुरु जी की फतेह। परम सन्मान योग जुगो जुग अटल चबर छतर ਅਤੇ ਤਖਤ ਦੇ ਮਾਲਕ, ਬਾਣੀ ਕੇ ਬੋਹੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ, ਮਹਾਨ ਪਵਿੱਤਰ ਇਤਿਹਾਸਕ ਸਥਾਨ ਤੇ ਬਿਰਾਜਮਾਨ। ਉਹ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਸਵਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨਾ ਸਿਰਫ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਆਏ ਹੋ, ਬਲਕਿ ਮੌਸਮ ਦਾ ਵੀ ਮੁਕਾਬਲਾ ਕਰਕੇ ਆਪ ਜੀ ਗੁਰੂ ਚਰਨਾਂ 'ਚ ਪਹੁੰਚੇ ਹੋ। ਆਮ ਤੌਰ ਤੇ ਗੁਰਪੁਰਬ ਵਾਲੇ ਦਿਨ ਕੁਝ ਦੇਰ ਅਦੇਰ ਹਾਜ਼ਰੀ ਹੋਣ ਕਰਕੇ ਅਗਲੇ ਦਿਨ ਉਹਦਾ ਇਫੈਕਟ ਹੁੰਦਾ ਹੈ, ਪਰ ਆਪ ਜੀ ਨੇ ਬਾਵਜੂਦ ਇਸ ਦੇ ਫਿਰ ਵੀ ਆਪਣੇ ਨੇਮ ਨਾਲ ਸਤਿਗੁਰੂ ਜੀ ਦੇ ਚਰਨ ਸਪਰਸ਼ ਕੀਤੇ। ਇਹ ਹਜ਼ੂਰ ਦੀ ਅਪਾਰ ਮਿਹਰਾਮਤ ਦੀ ਨਿਸ਼ਾਨੀ ਹੈ। ਕੱਲ ਦਾ ਬੀਤ ਚੁੱਕਿਆ ਦਿਨ ਬਹੁਤ ਹੀ ਭਾਗਾਂ ਵਾਲਾ, ਜੇ ਕੋਈ ਬਹੁਤ ਉੱਪਰ ਆਕਾਸ਼ ਦੇ ਵਿੱਚ ਇਸ ਤਰ੍ਹਾਂ ਦਾ ਸਾਧਨ ਹੋਵੇ ਜਿਹੜਾ ਸਾਰੀ ਪ੍ਰਿਥਵੀ ਤੇ ਝਾਤੀ ਮਾਰ ਸਕਦਾ ਹੋਵੇ, ਤਾਂ ਉਹ ਜ਼ਰੂਰ ਕਹੇਗਾ ਕਿ ਸਾਰੀ ਧਰਤੀ ਤੇ ਜੈ ਜੈਕਾਰ ਕਿਹਦੀ ਹੋ ਰਹੀ ਹੈ। ਤਾਂ ਜਿਹਨੂੰ ਪੁੱਛਿਆ ਜਾਏ ਉਹ ਕਹੇਗਾ ਵੀ ਇਹ ਜੈ ਜੈਕਾਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੋ ਰਹੀ ਹੈ। ਕੋਈ ਐਸਾ ਖਿੱਤਾ, ਕੋਈ ਐਸੀ ਜਗ੍ਹਾ, ਕੋਈ ਦੇਸ਼, ਕੋਈ ਕਾਲ, ਕੋਈ ਦਿਸ਼ਾ ਨਹੀਂ ਸੀ ਜਿੱਥੇ ਹਜ਼ੂਰ ਦੀ ਜੈ ਜੈਕਾਰ
ਨਹੀਂ ਸੀ ਹੋ ਰਹੀ। ਮਾਨੋ ਅਰਸ਼ਾਂ ਵਿੱਚੋਂ ਦੇਵਤੇ ਵੀ ਕਵਲ ਫੁੱਲ ਵਰਸਾ ਰਹੇ ਸਨ ਔਰ ਕਹਿ ਰਹੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ। ऐसे महान 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 महापुरुष ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੜੀਆਂ ਚਾਵਾਂ ਸ਼ਰਧਾ ਨਾਲ ਆਪ ਜੀ ਗੁਰਪੁਰਬ ਮਨਾ ਕੇ ਹਟੇ ਹੋ। ਹਜ਼ੂਰ ਆਪ ਸਾਰੀਆਂ ਸੰਗਤਾਂ ਦੀ ਸੇਵਾ ਕਾਲ ਥਾਂ ਪਾਵਣ, ਇਸੇ ਤਰ੍ਹਾਂ ਇਹ ਉਤਸ਼ਾਹ ਬਣਿਆ ਰਵੇ। ਸੋ ਸਨਮਾਨਯੋਗ ਸਾਧ ਸੰਗਤ ਜੀ, ਭਾਗਾਂ ਵਾਲਿਆਂ ਨੇ ਗੁਰੂ ਸਵਾਰਿਆਂ ਤੋਂ ਕੀਰਤਨ ਸਰਵਣ ਕੀਤਾ। ਬਹੁਤ ਹੀ ਸੁੰਦਰ ਇੱਕ ਬੰਦਸ਼ ਅਖੀਰ ਵਿੱਚ ਭਾਈ ਸਾਹਿਬ ਹਜ਼ੂਰੀ ਰਾਗੀ ਜੱਥਾ ਨੌਵੇਂ ਪਾਤਸ਼ਾਹ ਦੀ ਰਚਨਾ ਵਿੱਚੋਂ ਸੰਗਤਾਂ ਨੂੰ ਸਰਵਣ ਕਰਵਾ ਕੇ ਗਿਆ ਹੈ। ਉਪਰੰਤ ਆਪ ਜੀ ਨੇ ਦਾਸ ਪਾਸੋਂ ਜੋ ਇੱਕ ਸ਼ਬਦ ਸਰਵਣ ਕੀਤਾ ਹੈ, ਇਸ ਸ਼ਬਦ ਦੀ ਵਿਆਖਿਆ ਪਹਿਲਾਂ ਹੋ ਚੁੱਕੀ ਹੈ। ਅੱਜ ਸਾਡਾ ਪ੍ਰੋਗਰਾਮ ਸੀ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਹਦਾਇਤਾਂ ਅਨੁਸਾਰ ਕਿ ਅੱਜ 10 ਜਨਵਰੀ ਤੋਂ ਅਸੀਂ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਮੁੱਢੋਂ ਸੁੱਢੋਂ ਸ਼ੁਰੂ ਕਰਨੀ ਸੀ, 40 ਸ਼ਬਦ, ਪਰ ਗੁਸਤਾਖੀ ਵਾਸਤੇ ਖਿਮਾ ਦੇਣੀ। ਅੱਜ ਦਾ ਦਿਨ ਇੱਕ ਸ਼ਬਦ ਕਬੀਰ ਸਾਹਿਬ ਦਾ ਜਿਹੜਾ ਰਹਿ ਗਿਆ ਸੀ, ਅਸਲ ਵਿੱਚ ਇਸ ਸ਼ਬਦ ਦੀ ਵਿਆਖਿਆ ਹੋਈ ਹੈ। ਕੁਝ ਗੁਰਮੁਖ ਪਿਆਰੇ ਕੈਨੇਡਾ ਤੋਂ ਇਹ ਜਿਹੜੀ ਵਿਚਾਰ ਹੋ ਰਹੀ ਹੈ, ਸਾਰੀ ਵਿਚਾਰ ਸੰਚਿਤ ਕਰਕੇ ਤੇ ਉਹ YouTube ਤੇ ਪਾ ਰਹੇ ਨੇ। ਉਸ ਸ਼ਬਦ ਵਿੱਚ ਕੋਈ ਟੈਕਨੀਕਲ ਕੋਈ ਪ੍ਰੋਬਲਮ ਹੋ ਗਈ ਸੀ ਤੇ ਉਹਨਾਂ ਵੱਲੋਂ ਫਿਰ 5 ਸ਼ਬਦ ਮੈਨੂੰ ਦੁਬਾਰਾ ਲਿਖ ਕੇ ਭੇਜੇ ਗਏ ਸਨ ਵੀ ਇਹ ਸ਼ਬਦ ਦੁਬਾਰਾ ਵਿਆਖਿਆ ਕੀਤੀ ਜਾਏ। ਉਹਨਾਂ ਵਿੱਚੋਂ ਇਹ 5ਵਾਂ ਸ਼ਬਦ ਹੈ। ਉਸ ਤੋਂ ਬਾਅਦ ਅਸੀਂ ਕੱਲ ਤੋਂ ਭਗਤ ਰਵਿਦਾਸ ਜੀ ਦੇ ਜਿਹੜੇ ਪਵਿੱਤਰ ਸ਼ਬਦ ਨੇ 40, ਉਹਨਾਂ ਦੀ ਵਿਆਖਿਆ ਸ਼ੁਰੂ ਕਰਾਂਗੇ। ਭਾਵੇਂ 1-2 ਦਿਨ ਘਟ ਜਾਂਦੇ ਨੇ, ਪਰ ਕੋਈ ਗੱਲ ਨਹੀਂ, ਅਸੀਂ ਗੁਰਪੁਰਬ ਤੋਂ ਹੋਰ 1-2 ਦਿਨ ਇਹ ਵਿਚਾਰ ਅੱਗੇ ਲੈ ਜਾਵਾਂਗੇ। ਹੁਣੇ ਆਪ ਜੀ ਨੇ ਜੋ ਦਾਸ ਪਾਸੋਂ ਸ਼ਬਦ ਸਰਵਣ ਕੀਤਾ ਹੈ, ਭਗਤ ਕਬੀਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 337 ਤੇ ਇਹ ਪਵਿੱਤਰ ਸ਼ਬਦ ਦਰਜ ਹੈ। ਆਓ ਵਕਤ ਹੋਰ ਜ਼ਾਇਆ ਨਾ ਕਰਦਿਆਂ ਹੋਇਆਂ ਆਪਾਂ ਸਾਰੇ ਇਸ ਸ਼ਬਦ ਵਿੱਚ ਆਪਣੀ ਸੁਰਤ ਜੋੜੀਏ। ਬੇਨਤੀਆਂ ਵਿਚਾਰਾਂ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਆਓ ਰੋਜ਼ਾਨਾ ਦੀ ਤਰ੍ਹਾਂ ਮਨ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਗੁਰਮੰਤਰ ਦਾ ਉਚਾਰਨ ਕਰੀਏ ਜੀ ਪਿਆਰ ਨਾਲ। ਆਖੀਏ ਜੀ, ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ। ਇਹ ਜਿਹੜਾ ਪਵਿੱਤਰ ਸ਼ਬਦ ਹੈ ਸੰਗਤ ਜੀ, ਇਹ ਤੁਹਾਨੂੰ ਕਰੀਬ ਮੁੱਢਲੀਆਂ ਪੰਕਤੀਆਂ ਸਾਰਿਆਂ ਨੂੰ ਯਾਦ ਨੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ। ਇਹਦੇ ਕਾਰਨ ਹੁੰਦੇ ਨੇ ਕੁਛ, ਕਿਉਂ ਯਾਦ ਹੋ ਜਾਂਦਾ। ਇੱਕ ਤੇ ਬਹੁਤ ਦਹਾਕੇ ਪਹਿਲਾਂ ਕੌਮ ਦੇ ਇੱਕ ਬਹੁਤ ਹੀ ਬੇਨਜ਼ੀਰ ਰਾਗੀ ਜੱਥਾ ਬੀਬੀ ਬਲਜੀਤ ਕੌਰ ਜੀ ਤਲਵਾੜੇ ਵਾਲਿਆਂ ਨੇ ਇਹਦੀ ਏਡੀ ਸੁੰਦਰ ਬੰਦਸ਼ ਬਣਾਈ। ਉਹਨਾਂ ਜ਼ਮਾਨਿਆਂ 'ਚ ਲੋਕ ਉਹਨਾਂ ਨੂੰ ਕਹਿ ਕੇ ਸ਼ਬਦ ਸਰਵਣ ਕਰਿਆ ਕਰਦੇ ਸਨ ਵੀ ਬੀਬਾ ਜੀ ਉਹ ਰਾਮ ਜਪੋ ਜੀ ਐਸੇ ਐਸੇ ਵਾਲਾ ਸ਼ਬਦ ਜ਼ਰੂਰ ਸੁਣਾਓ। ਗੁਰਬਾਣੀ ਤੇ ਸਾਰੀ ਹੀ ਸਨਮਾਨਯੋਗ ਹੈ। ਤੁਸੀਂ ਗੁੜ ਦੀ ਭੇਲੀ ਨੂੰ ਜਿਹੜੇ ਪਾਸਿਓਂ ਮਰਜ਼ੀ ਚੱਕ ਮਾਰ ਲਓ ਤੇ ਮਿੱਠੀ ਹੋਈ ਹੁੰਦੀ ਹੈ, ਪਰ ਕੁਝ ਸ਼ਬਦ ਕੁਝ ਗੁਰਮੁਖ ਪਿਆਰੇ ਜਦੋਂ ਵਿਸ਼ੇਸ਼ ਮਿਹਨਤ ਕਰਕੇ ਕੁਝ ਬੰਦਸ਼ ਰੀਤ ਬਣਾ ਕੇ ਗਾ ਦਿੰਦੇ ਨੇ, ਉਹ ਫਿਰ ਜ਼ਿਆਦਾ ਘਰ ਕਰ ਜਾਂਦਾ ਅੰਦਰ। ਤੋ ਇਹ ਪਵਿੱਤਰ ਸ਼ਬਦ ਜਿਹੜਾ ਹੈ, ਇਹਦੀਆਂ ਖਾਸ ਕਰਕੇ ਪਹਿਲੀਆਂ ਪੰਕਤੀਆਂ ਕਰੀਬ ਸਾਨੂੰ ਸਾਰਿਆਂ ਨੂੰ ਯਾਦ ਨੇ। ਇਹਦੇ 'ਚ ਇੱਕ ਮਿਸਟੇਕ ਹੁੰਦੀ, ਉਹ ਮੈਂ ਤੁਹਾਨੂੰ ਇਹਤਿਆਤਨ ਬੇਨਤੀ ਕਰਦੇ ਹਾਂ। ਇਹ ਜਿਹੜਾ ਜਪੋ ਸ਼ਬਦ ਹੈ, ਜੱਜਾ ਪੱਪਾ ਊੜਾ ਬਾਕਾਇਦਾ ਉੱਤੋਂ ਬੰਦ ਹੈ ਔਰ ਹੇਠਾਂ ਔਂਕੜ ਹੈ। ਭਾਵੇਂ ਸਾਡੇ ਕੁਝ ਗੁਰਮੁਖ ਪਿਆਰੇ ਗ੍ਰਾਮਰ ਦੇ ਮੈਥਡ ਨੂੰ ਨਹੀਂ ਮੰਨਦੇ, ਮੈਂ ਜਿੰਨਾ ਕੋ ਅਧਿਐਨ ਕੀਤਾ ਮੈਨੂੰ ਲੱਗਦਾ ਵੀ ਬਹੁਤ ਸਾਰਾ ਗ੍ਰਾਮਰ ਦਾ ਬੋਲਬਾਲਾ ਹੈ ਗੁਰੂ ਗ੍ਰੰਥ ਸਾਹਿਬ 'ਚ, ਗ੍ਰਾਮਰ ਅਨੁਸਾਰ ਹੀ ਉਹ ਲਿਖੀ ਗਈ ਹੈ। ਪਰ ਇੱਕ ਗੱਲ ਹੋਰ ਵੀ ਮੈਨੂੰ ਲੱਗੀ, ਗੁਰੂ ਗ੍ਰੰਥ ਸਾਹਿਬ ਕਿਤੇ ਕੁਝ ਬਚਨ ਸਵਤੰਤਰ ਵੀ ਨੇ। 90% ਉਹ ਪੂਰੇ ਸਿਸਟਮੈਟਿਕਲੀ ਨੇ, ਪਰ ਕਿਤੇ ਫਿਰ ਜਾ ਕੇ ਵੇਖੀਦਾ ਵੀ ਇਹ ਹੁਣ ਗੱਲ ਬਣਦੀ ਨਹੀਂ ਗੀ ਗ੍ਰਾਮਰ ਅਨੁਸਾਰ। ਤੋ ਇਹ ਦੋਵੇਂ ਗੱਲਾਂ ਠੀਕ ਨੇ। ਗ੍ਰਾਮਰ ਨੁਕਤੇ ਅਨੁਸਾਰ ਇਹ ਜਿਹੜਾ ਪਾਠ ਕਰਨਾ ਹੈ, ਰਾਮ ਜਪੋ ਨੂੰ ਕਹਿਣਾ ਜਪਾਂ, ਮੈਂ ਜਪਾਂ।
ਜੇ ਬਿੰਦੀ ਲਾ ਲਈ ਤੇ ਇਹਦਾ ਮਤਲਬ ਹੈ ਵੀ ਮੈਂ ਜਪਾਂ, ਜੇ ਲਾ ਦਿੱਤੀ ਤੇ ਤੁਸੀਂ ਜਪੋ। ਇੱਕ ਜਣਾ ਜਪਾਂਦਾ ਹੈ, ਦੂਜਿਆਂ ਨੂੰ ਕਹਿੰਦਾ ਜਪੋ ਸਤਨਾਮ ਸਤਨਾਮ, ਜਪੋ ਤੁਸੀਂ ਜਪੋ। ਜਪੋ ਪਾਠ ਬਿੰਦੇ ਸਹਿਤ ਪ੍ਰੋਫੈਸਰ ਸਾਹਿਬ ਸਿੰਘ ਨੇ ਹਦਾਇਤ ਕੀਤੀ ਹੈ। हे ईश्वर, हे प्रभु, ऐसी किरपा करो मैं तुहाडा नाम इस तरह जपां जिस तरह शरधा नाल ते प्रेम नाल ध्रुव जी ने जपिया, जिस प्रेम ते शरधा नाल प्रहलाद जी ने जपिया। ये अर्थ ने। किरपा करो, मैनू समत बख्शो, मैं भी उस तरह की शरधा, उस तरह का प्रेम, जिस तरह का शरधा ते प्रेम भगत ध्रुव जी विच सी ते भगत प्रहलाद विच सी, उस तरह के प्रेम नाल तुहाडा नाम जपा। हुण प्रेम जिहड़ा है और शरधा, ये भावें इक्को सिक्के दे दो पहलू ने, पर इन्हां नूं हिरदे विच क्रिएट करन वास्ते मनुख का निरशल होना बहुत जरूरी है। निरशल दिल बिल्कुल शीशे वांगू साफ, अंतस्करण बिल्कुल पवित्र, अंदर कोई वैर विरोध नहीं, कोई अपना पराया नहीं। कलगियां वाले दा तुसी प्रकाश दिवस मना के कल हटे हो। हजूर दा एक इस तरह का भी सिख सी भाई कन्हैया, जिहड़ा मैदाने जंग विच तुरकां नूं भी जल छकाई जांदा सी। ये बड़ी प्रसिद्ध कथा है भाई कन्हैया जी दी भी। उन्हां दी शिकायत होई, वो हाजिर होए, पुछ-गिछ होई। जदों उहनूं शंगार के सुणांदे ने ते कई कहंदे ने जी मुश्कां बन के पेश कीता, पर एक कॉमन गल इन्नी कु है भी वो सारियां नूं ही जल छकांदे सन। ते जदों हजूर ने पुछया भी ये तुहाडी कंप्लेंट करदे ने, महाराज की कंप्लेंट है, तां हजूर कहण लगे तू वैरियां नूं जल छकाना है। ते कहण लगे हजूर मैनूं ते कोई वैरी नजर ही नहीं आउंदा। बस इन्नी गल सी, मैनूं ते वैरी कोई नजर ही नहीं आउंदा। फिर तुसी उदों बाद चले जाओ, मिसलां दे वेले चले जाओ, वो पुछदा जकरिया खान भी इन्हां लोकां दा आचरण किस तरह दा है, इन्हां ने साडा जीना हराम कीता है, कौन ने, कित्थे रहिंदे ने, की करदे ने, की खांदे ने, की पींदे ने। वो कहण लगा खाना पीना की है, मलियां दे बेर खांदे ने, गन्ने चूपदे ने, घोड़ियां दीयां काठियां ते इन्हां दे घर ने। एड्रैस तुहानूं की दसीए, एड्रैस ते इन्हां दा है ही कोई नहीं। जदों कौम कोल रहण लई घर नहीं सन ना संगत जी, तुहाडे ज्ञात लई अर्ज करां, सिख जंगलां च पहाड़ां दीयां कंधरां च भटकदे सन, हुकूमत दुश्मन सी। घोड़े उदों भी सिखां कोल इस तरह दे सन भी हुकूमत कोल भी उस तरह दे नहीं सन। घर को नहीं सन, सवारी सिरे दी सी, हथियार सिरे दे सन। ये दो चीज़ां दा वसा नहीं फिर सिखां ने खादा। और मुसीबत च यही काम आउंदियां ने, घर नहीं काम आउंदे, वड्डे वड्डे बंगले नहीं किसी दुश्मन का मुकाबला करते। ये भी मैं तुहानूं बेनती कर दे। खैर वो कहंदा जी भुखे ही रहिंदे ने, कदी कदाई मिल जांदा है। कहंदा फिर जे मिल जाए तो की करदे ने? वो कहंदा जे मिल जाए तो एक इन्हां च होर रिवाज है कि कहंदे उहनूं रख के ना 2 रोटियां मिल जाण महीने बाद, 20 जणियां नूं 2 रोटियां मिल जाण ना, रख के उच्ची उच्ची रौला पांदे ने बई गुरु का लंगर तैयार होया है, आओ जे किसी ने लोड़ ते छक लो। ते कहंदे जे कोई आके छक जाए, वो कहंदे छका दिंदे ने। ते आप वो कहंदा आप फिर कहंदे ने भी लंगर मस्ताना हो गया है। आओ देग तैयार गुर होई, उस समय बैरी के आवे परम मीत समता है छकावे। वैरी नूं लंगर छकाना, अपने मुंह चों बुरकी कढ के देनी, इस गल का प्रतीक है कि यह अंदरों निर्वैर है। नाम जपन लई ना संगत जी बहुत सवाल हुंदे ने।
ਸਿਮਰਨ ਕਰਨ ਨੂੰ ਲੈ ਕੇ ਜਿਹੜੇ ਸਵਾਲ ਜਵਾਬ ਨੇ ਉਹਦੇ ਲੈ ਕੇ ਦਰਜਨਾਂ ਕਿਤਾਬਾਂ ਬਾਜ਼ਾਰ ਵਿੱਚ ਆ ਗਈਆਂ। ਸਿਮਰਨ ਕਿਵੇਂ ਕਰਨਾ ਚਾਹੀਦਾ ਹੈ, ਨਾਮ ਕਿਵੇਂ ਜਪਣਾ ਚਾਹੀਦਾ ਹੈ, ਇੱਕ ਪੁੱਛਦਾ ਦੂਜਾ ਦੱਸਦਾ। ਚੰਗੀ ਗੱਲ ਹੈ, ਕੋਈ ਹਰਜ ਨਹੀਂ। ਮੈਂ ਵੀ ਤੁਹਾਨੂੰ ਅੱਜ ਦੱਸਣੀ ਹੈ ਗੁਰਬਾਣੀ ਦੀ ਰੋਸ਼ਨੀ, ਜਰਾ ਧਿਆਨ ਦੇ ਕੇ ਸੁਣਿਓ ਕਿ ਗੁਰਬਾਣੀ ਸਾਨੂੰ ਅੱਜ ਇਸੇ ਸਵਾਲ ਦਾ ਜਵਾਬ ਨਹੀਂ ਦੇ ਰਹੀ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਵਾਂਗੂ ਜਪ, ਪ੍ਰਹਿਲਾਦ ਵਾਂਗੂ ਜਪ। ਹੁਣ ਦੇਖੋ ਖਾਸੀਅਤ ਕੀ ਹੈ ਧਰੂ ਦੀ ਤੇ ਪ੍ਰਹਿਲਾਦ ਦੀ। ਧਰੂ ਤੇ ਪ੍ਰਹਿਲਾਦ ਗਾਲਬਨ 4-4 5-5 ਸਾਲ ਦੇ ਨੇ, ਔਰ ਹੁਣ ਤੇ ਇਸ ਤਰ੍ਹਾਂ ਦਾ ਸਮਾਂ ਹੈ ਵੀ 4-5 ਸਾਲ ਦੇ ਬੱਚੇ ਵਿੱਚ ਵੀ ਹੋ ਸਕਦਾ ਹੈ ਕੋਈ ਵੈਰ ਭਾਵ ਵਿਰਲੇ ਵਾਂਗੇ ਚ ਹੋਵੇ, ਪਰ ਆਮ ਤੌਰ ਤੇ ਬੱਚੇ ਵਿੱਚ ਵੈਰ ਵਿਰੋਧ ਨਹੀਂ ਹੁੰਦਾ। ਜਪਣ ਵਾਸਤੇ ਬਹੁਤ ਲਾਜ਼ਮੀ ਹੈ ਵੀ ਸਾਡੇ ਅੰਦਰ ਕਿਸੇ ਦੇ ਪ੍ਰਤੀ ਨਫ਼ਰਤ, ਕੀਨਾ, ਈਰਖਾ, ਵੈਰ ਭਾਵ ਨਾ ਹੋਵੇ। ਕਿਉਂ ਨਾ ਹੋਵੇ ਜੀ? ਕਿਉਂਕਿ ਹਜ਼ੂਰ ਕਹਿੰਦੇ ਨੇ ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਔਰੰਗਜ਼ੇਬ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ। ਮਾਤਾ ਗੁਜਰ ਕੌਰ, ਚਾਰੇ ਸਾਹਿਬਜ਼ਾਦੇ, ਲਖਤੇ ਜਿਗਰ ਸਿੰਘ, ਕੀ ਕੁਛ ਨਹੀਂ ਹੋਇਆ। ਕੋਈ ਵਿਆਖਿਆ ਕਰਨ ਦੀ ਤੇ ਲੋੜ ਨਹੀਂ। ਪਰ ਜਦੋਂ ਦੱਖਣ ਵਿੱਚ ਬਹਾਦਰ ਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਆਇਆ ਵੀ ਸੱਚੇ ਪਾਤਸ਼ਾਹ ਮੇਰੇ ਭਰਾ ਜਿਹੜੇ ਨੇ ਮੈਨੂੰ ਪਰੇਸ਼ਾਨ ਕਰਦੇ ਨੇ, ਤਖਤ ਹਾਸਲ ਕਰਨਾ ਹੈ, ਕਿਰਪਾ ਕਰੋ, ਮਦਦ ਕਰੋ। ਹਜ਼ੂਰ ਕਹਿਣ ਲੱਗੇ ਕਰਾਂਗੇ। ਹਜ਼ੂਰ ਨੇ ਮਦਦ ਕੀਤੀ, ਉਹਨੂੰ ਤਖਤ ਦਵਾਇਆ। ਤੋ ਸਾਡੇ ਵਾਸਤੇ ਇੱਕ ਪੂਰਨੇ ਪਾਏ। ਜਿਸ ਔਰੰਗਜ਼ੇਬ ਨੇ ਸਮਸਤ ਪਰਿਵਾਰ ਜਿਹੜਾ ਸੀ ਉਹ ਸ਼ਹੀਦ ਕਰਵਾ ਦਿੱਤਾ, ਅਨੰਦਪੁਰ ਸਾਹਿਬ ਨਿਕਲਣ ਵਾਸਤੇ ਮਜਬੂਰ ਕੀਤਾ। 14 ਜੰਗਾਂ ਔਰੰਗਜ਼ੇਬ ਦੇ ਇਸ਼ਾਰੇ ਤੇ ਪਹਾੜੀਆਂ ਦੀ ਮਿਲਤ ਦੇ ਨਾਲ 14 ਜੰਗਾਂ ਹਜ਼ੂਰ ਨੇ ਆਪਣੀ ਹਯਾਤੀ ਦੇ ਵਿੱਚ ਲੜੀਆਂ। ਸਰਬੰਸ ਕੁਰਬਾਨ ਕਰਨਾ ਪਿਆ, ਲਖਤੇ ਜਿਗਰ ਸਿੰਘ ਸ਼ਹੀਦ ਹੋਏ। ਫਿਰ ਉਹਦਾ ਪੁੱਤਰ ਆ ਜਾਏ ਤੇ ਅਸੀਂ ਕਹਿੰਦੇ ਆ ਵੀ ਅੱਜ ਹੁਣ ਸੁੱਕਾ ਨਾ ਜਾਏ। ਅਸੀਂ ਕਹਿੰਦੇ ਆ ਵੀ ਅੱਜ ਸੁੱਕਾ ਨਹੀਂ ਜਾਣਾ ਚਾਹੀਦਾ, ਇਹ ਉਹਦਾ ਫਲਾਣੇ ਦਾ ਪੁੱਤਰ ਜੇ। ਜੱਟਾਂ ਅਸੀਂ ਤੇ 7 ਪੁਸ਼ਤਾਂ 'ਚ ਵੀ ਵੈਰ ਲੈ ਲੈਂਦੇ ਆ, ਕਹਿੰਦੇ ਆ ਨਾ। ਤੇ ਜਿਹਦੇ ਅਸੀਂ ਸਿੱਖ ਹਾਂ ਉਹ ਕਹਿੰਦਾ ਕੋਈ ਗੱਲ ਨਹੀਂ ਭਾਈ, ਤੂੰ ਆ ਗਿਆ ਤੇ ਸਾਡਾ ਬਿਰਦ ਇਹ ਹੈ ਵੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਆ ਜਾ, ਤੇਰੀ ਮਦਦ ਕਰਾਂਗੇ। ਅੰਦਰ ਵੈਰ ਕੋ ਨੀਗਾ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਜਦੋਂ ਤੱਕ ਮਨ ਵਿੱਚ ਇਹ ਭਾਵਨਾ ਹੈ ਵੀ ਇਹ ਮੇਰਾ ਵੈਰੀ ਹੈ, ਚਿੱਤ ਨੇਚਲ ਨਹੀਂ ਹੁੰਦਾ, ਸਾਫ਼ ਨਹੀਂ ਹੁੰਦਾ, ਟਿਕਦਾ ਨਹੀਂਗਾ। ਔਰ ਜਦੋਂ ਇਹ ਟਿਕਦਾ ਨਹੀਂ, ਸਾਫ਼ ਨਹੀਂ ਹੁੰਦਾ, ਉਦੋਂ ਤੱਕ ਹਜ਼ੂਰ ਕਹਿੰਦੇ ਨੇ ਨਾਮ ਜਪੇ ਨਹੀਂ ਜਾਂਦਾ। ਜਬ ਧਾਰੇ, ਮਨ ਵਿੱਚ ਧਾਰ ਲਵੇ, ਸਿੱਧੇ ਜਿਹੇ ਅਰਥ ਸਮਝਣੇ ਹੋਣ, ਮਨ ਵਿੱਚ ਧਾਰ ਲਵੇ ਵੀ ਆਹ ਤੇ ਮੇਰਾ ਮਿੱਤਰ ਹੈ ਤੇ ਆਹ ਮੇਰਾ ਦੁਸ਼ਮਣ ਹੈ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਹੁਣ ਕਿਉਂ ਨੇਚਲ ਕਰਨਾ ਹੈ? ਹਜ਼ੂਰ ਕਹਿੰਦੇ ਨੇ ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਇਸ ਲਈ ਜ਼ਰੂਰੀ ਹੈ ਵੀ ਨਿਰਵੈਰ ਹੋ ਜਾ। ਕਿਸੇ ਅਦੀਬ ਨੇ ਬਹੁਤ ਸੋਹਣੀਆਂ 2 ਕੁ ਪੰਕਤੀਆਂ ਲਿਖੀਆਂ ਨੇ ਬੱਚਿਆਂ ਤੇ। ਅੱਜ ਧਰੂ ਤੇ ਪ੍ਰਹਿਲਾਦ ਸਾਹਿਬ ਦੀ ਗੱਲ ਆ ਰਹੀ ਹੈ, ਉਹਨਾਂ ਵਾਂਗੂ ਜਪਣ ਦੀ ਗੱਲ ਆ ਰਹੀ ਹੈ। ਹੁਣ ਉਹਨਾਂ ਵਾਂਗੂ ਜਪਣ ਦਾ ਕੀ ਮੁਰਾਦ ਹੈ? ਵੀ ਉਹ ਕਿਸ ਤਰ੍ਹਾਂ ਬੈਠਦੇ ਸਨ, ਕਿੱਧਰ ਨੂੰ ਬੂਹੇ ਵੱਲ ਮੂੰਹ ਕਰਦੇ ਸਨ, ਬਾਰੀ ਵੱਲ ਨਹੀਂ। ਉਹਨਾਂ ਦਾ ਅੰਤਸ਼ਕਰਨ ਕਿਸ ਤਰ੍ਹਾਂ ਦਾ ਸੀ? ਬੱਚੇ ਦਾ ਅੰਤਸ਼ਕਰਨ ਜਿਹੜਾ ਹੈ ਉਹ ਨਿਰਵੈਰ ਹੁੰਦਾ ਹੈ। ਨਾ ਉਹਦੇ ਚ ਕਾਮ ਹੁੰਦਾ ਹੈ, ਨਾ ਕ੍ਰੋਧ ਹੁੰਦਾ ਹੈ, ਨਾ ਲੋਭ, ਨਾ ਮੋਹ, ਨਾ ਅਹੰਕਾਰ, ਨਾ ਈਰਖਾ, ਨਾ ਤਵਸਬ, ਨਾ ਨਿੰਦਿਆ। ਬੱਚਾ ਕਿਤੇ, ਬੱਚੇ ਇਕੱਠੇ ਖੇਡਦੇ ਖੇਡਦੇ ਗਲੀ ਵਿੱਚ ਲੜ ਵੀ ਪੈਣ ਨਾ ਸੰਗਤ ਜੀ, ਤੇ ਬੱਚਿਆਂ ਦੀ ਲੜਾਈ ਨੂੰ ਲੈ ਕੇ ਕਈ ਵਾਰ ਵੱਡੇ ਵੀ ਲੜ ਪੈਂਦੇ ਨੇ। ਬੱਚਿਆਂ ਦਾ ਝਗੜਾ, ਬੱਚੇ ਨੇ ਕਿਸੇ ਇੱਕ ਨੇ ਵਧੀਕੀ ਕਰ ਦਿੱਤੀ ਹੋਵੇਗੀ, 19 ਕਿਸੇ ਦੂਜੇ ਨੇ 21 ਕਰ ਦਿੱਤੀ। ਕਈ ਵਾਰ ਸਿਆਣੇ ਵੀ ਲੜ ਪੈਂਦੇ, ਸਾਡਾ ਬੱਚਾ ਗਲਤ ਨਹੀਂ ਜੀ, ਤੁਹਾਡਾ ਬੱਚਾ ਗਲਤ ਹੈ।
ਔਰ ਉਹ ਸਿਆਣੇ ਲੜ ਪੈਂਦੇ ਨੇ ਤੇ ਉਹ ਅਜੇ ਲੜਦੇ ਹੁੰਦੇ ਨੇ ਤੇ ਜਿਨ੍ਹਾਂ ਨੂੰ ਲੈ ਕੇ ਲੜਦੇ ਨੇ ਉਹ ਫਿਰ ਇਕੱਠੇ ਖੇਡਣ ਡਏ ਹੁੰਦੇ। ਕਿਉਂ ਜੀ? ਕਿਉਂਕਿ ਅੰਦਰੋਂ ਨਿਰਵੈਰ ਨੇ। ਮੁਸਾਫਿਰ ਸਾਹਿਬ ਨੇ ਬੜਾ ਸੋਹਣਾ ਲਿਖਿਆ ਹੈ, ਉਹ ਇਸ ਦੁਨੀਆ 'ਚ ਨਹੀਂ ਰਹੇ ਪਰ ਉਹਨਾਂ ਦੀ ਕਵਿਤਾ ਬੜੀ ਬਾਕਮਾਲ ਹੈ। ਉਹਨਾਂ ਨੇ ਦੋ ਪਾਤਰ ਬਣਾਏ, ਮੈਨੂੰ ਬੜੇ ਪ੍ਰੀਤਕਾਰ ਲੱਗਦੀ ਉਹ ਕਵਿਤਾ। ਇੱਕ ਦਾ ਨਾਂ ਵੀਰਾ ਰੱਖਿਆ, ਇੱਕ ਦਾ ਧੀਰਾ। ਕਲਪਤ ਪਾਤਰ ਨੇ ਗੱਲ ਸਮਝਾਉਣ ਵਾਸਤੇ। ਵੀਰਾ ਤੇ ਧੀਰਾ ਦੋ ਪਾਤਰ ਬਣਾ ਕੇ ਨਾ ਗੁਰਮੁਖੋ ਤੇ ਉਹਨਾਂ ਨੇ ਗੱਲ ਸਮਝਾਈ। ਕਹਿੰਦੇ ਨੇ ਵੀਰੇ ਨੂੰ ਧੀਰੇ ਮਾਰਿਆ, ਖੇਡਦੇ ਸਨ ਪਏ, ਖੇਡਦੇ ਖੇਡਦੇ ਲੜ ਪਏ ਤੇ ਧੀਰਾ ਡਾਢਾ ਸੀ ਥੋੜਾ ਜਿਹਾ ਤੇ ਵੀਰਾ ਥੋੜਾ ਜਿਹਾ ਉਹਦੇ ਨਾਲੋਂ ਛੋਟਾ ਸੀ। ਉਹ ਧੀਰੇ ਨੇ ਵੀਰੇ ਨੂੰ ਕੋਈ ਚਾਰ ਲਫੇੜੇ ਮਾਰ ਦਿੱਤੇ। ਵੀਰੇ ਨੂੰ ਧੀਰੇ ਮਾਰਿਆ ਤੇ ਜਦੋਂ ਵੀਰੇ ਦੀ ਮਾਂ ਨੂੰ ਪਤਾ ਲੱਗਾ ਤੇ ਉਹ ਵੀ ਗਲੀ 'ਚ ਆ ਗਈ। ਉਹਨੇ ਧੀਰੇ ਨੂੰ ਝਿੜਕਿਆ, ਮਾਂ ਉਹਦੀ ਉਹਨੂੰ ਤਾੜਿਆ। ਕਿਹਨੂੰ ਤਾੜਿਆ? ਜਿਹਨ ਮਾਰਿਆ ਸੀ। ਮਾਰਿਆ ਕਿਹਨ ਸੀ? ਧੀਰੇ ਨੇ। ਵੀਰੇ ਨੂੰ ਧੀਰੇ ਮਾਰਿਆ, ਮਾਂ ਉਹਦੀ ਉਹਨੂੰ ਤਾੜਿਆ। ਉਹਨ ਆਪਣੀ ਮਾਂ ਨੂੰ ਦੱਸਿਆ। ਉਹਨੇ ਆਖਿਆ ਵੀ ਅਸੀਂ ਖੇਡਦੇ ਸਾਂ, ਲੜ ਪਏ ਆ ਤੇ ਮੈਨੂੰ ਵੀਰੇ ਦੀ ਮਾਂ ਨੇ ਝਿੜਕਿਆ। ਉਹ ਕਹਿਣ ਲੱਗੀ ਹੋਵੇ ਕੌਣ ਝਿੜਕਣ ਵਾਲੀ? ਮੇਰੇ ਪੁੱਤਰ ਨੂੰ ਝਿੜਕਣ ਦੀ ਹਿੰਮਤ ਕਿਵੇਂ ਹੋਈ ਉਹਦੀ? ਉਹ ਵੀ ਗਲੀ 'ਚ ਆ ਗਈ। ਦੋਹਾਂ ਮਾਵਾਂ ਦਾ ਸ਼ਬਦੀ ਜੰਗ ਸ਼ੁਰੂ ਹੋ ਗਿਆ। ਲੋਕ ਕੋਠਿਆਂ ਤੇ ਚੜ ਗਏ, ਲੱਗ ਗਿਆ ਤਮਾਸ਼ਾ। ਜਿਉਂ ਲੱਗੀਆਂ ਲੜਨ, ਲੜਦਿਆਂ ਨੌਬਤ ਹੱਥੋਂ ਪਾਈ ਤੱਕ ਆ ਗਈ। ਵੀਰੇ ਦੀ ਮਾਂ ਦੀ ਗੁੱਤ ਧੀਰੇ ਦੀ ਮਾਂ ਦੇ ਹੱਥ 'ਚ ਤੇ ਧੀਰੇ ਦੀ ਮਾਂ ਦੀ ਗੁੱਤ ਵੀਰੇ ਦੇ ਮਾਂ ਦੀ ਹੱਥ ਵਿੱਚ। ਵੀਰੇ ਨੂੰ ਧੀਰੇ ਮਾਰਿਆ, ਮਾਂ ਉਹਦੀ ਉਹਨੂੰ ਤਾੜਿਆ। ਉਹਨ ਆਪਣੀ ਮਾਂ ਨੂੰ ਦੱਸਿਆ। ਗਾਲਾਂ ਦਾ ਮੀਂਹ ਫਿਰ ਵਸਿਆ, ਇੱਕ ਦੂਜੇ ਦੀਆਂ ਗੁੱਤਾਂ ਪੁੱਟੀਆਂ। ਲੜ ਭਿੜ ਕੇ ਜਦੋਂ ਹਟੀਆਂ, ਵੀਰੇ ਦੀ ਮਾਂ ਵੀਰਾ ਲੱਭੇ, ਧੀਰੇ ਦੀ ਮਾਂ ਧੀਰਾ ਲੱਭੇ। ਵੱਡਾ ਸਾਰਾ ਬਾਜ਼ਾਰ, ਲੰਬੀ ਗਲੀ ਤੇ ਦੋਹਾਂ ਮਾਵਾਂ ਦੀ ਨਿਗਾਹ ਪਈ ਤੇ ਕੀ ਵੇਖਿਆ ਵੀ ਉਹ ਆਉਂਦੇ ਨੇ ਹੱਸਦੇ, ਦਿਲ ਦੀ ਸਫਾਈ ਦੱਸਦੇ। ਲੜ ਭਿੜ ਕੇ ਇੱਕੋ ਹੋ ਗਏ, ਵੱਡਿਆਂ ਨੇ ਝਾਟੇ ਖੋ ਲਏ। ਵੀਰੇ ਦੀ ਬਾਂਹ ਧੀਰੇ ਦੇ ਗਲ, ਧੀਰੇ ਦੀ ਬਾਂਹ ਵੀਰੇ ਦੇ ਗਲ। ਉਹਨੇ ਉਹਦੇ ਗਲ 'ਚ ਬਾਂਹ ਪਾਈ ਤੇ ਉਹਨੇ ਉਹਦੇ 'ਚ, ਤੇ ਕ੍ਰਿਕਲੀਆਂ ਪਾਉਂਦੇ ਹੋਏ ਹੱਸਦੇ ਹੱਸਦੇ ਆ ਰਹੇ ਨੇ ਤੇ ਉਹ ਲੜ ਲੜ ਕੇ ਬੇਹਾਲ ਹੋ ਗਈਆਂ। ਉਹ ਫਿਰ ਇਕੱਠੇ ਖੇਡ ਰਹੇ ਨੇ। ਕੋਈ ਗੱਲ ਕਿਤੇ ਹੋ ਜਾਏ ਤੇ ਸਿੱਖ ਵੈਰ ਦੀ ਪੱਕੀ ਗੰਢ ਅੰਦਰ ਨਾ ਬੰਨੇ। ਤਕਲੀਫ ਕਿਸੇ ਨੂੰ ਨਹੀਂ ਉਹਦੀ ਹੁੰਦੀ, ਆਪ ਨੂੰ ਹੀ ਹੁੰਦੀ ਹੈ। ਜਦੋਂ ਕਿਸੇ ਨੂੰ ਅਸੀਂ ਵੈਰੀ ਸਮਝ ਲੈਂਦੇ ਆ ਤੇ ਫਿਰ ਆਪਣੇ ਅੰਦਰ ਨੂੰ ਕੁਰੇਦਦੇ ਰਹਿੰਦੇ ਆ। ਉਹ ਫਿਰ ਜ਼ਖਮ ਜਿਹੜਾ ਨਾ ਖਰੀਂਦ ਉੱਤੋਂ ਲਾਂਦੇ ਰਹਿੰਦੇ ਆ ਤੇ ਉਹ ਰਿਸਦਾ ਰਹਿੰਦਾ, ਉਹ ਠੀਕ ਵੀ ਨਹੀਂ ਹੁੰਦਾ ਤੇ ਲਹੂ ਵੀ ਵਗਦਾ ਰਹਿੰਦਾ। ਉਹ ਲਾਭ ਕੋ ਨਹੀਂ ਉਹਦਾ। ਸੱਪ ਨੇ ਡੰਗ ਮਾਰਿਆ, ਖੁੱਡ 'ਚ ਵੜ ਗਿਆ, ਹੁਣ ਉਹਦੇ ਪਿੱਛੇ ਭੱਜਣ ਦੀ ਬਜਾਏ ਚੰਗੀ ਗੱਲ ਹੈ ਵੀ ਡਾਕਟਰ ਵੱਲ ਭੱਜੋ। ਸਿਆਣਪ ਇਹ ਹੈ ਵੀ ਸੱਪ ਦੇ ਪਿੱਛੇ ਨਾ ਭੱਜੋ, ਹੁਣ ਡਾਕਟਰ ਵੱਲ ਭੱਜੋ, ਇਲਾਜ ਕਰਾਓ। ਵੱਧ ਤੋਂ ਵੱਧ ਤੁਸੀਂ ਸੱਪ ਨੂੰ ਮਾਰ ਦਿਓਗੇ, ਸੱਪ ਨੂੰ ਤੁਸੀਂ ਮਾਰ ਦਿਓਗੇ, ਸੱਪ ਦੇ ਜ਼ਹਿਰ ਨਾਲ ਤੁਸੀਂ ਮਰ ਜਾਓਗੇ, ਕੰਮ ਨਿਬੜ ਜਾਏਗਾ। ਉਹਨੂੰ ਵੀ ਜਿਉਣ ਦਿਓ ਤੇ ਤੁਸੀਂ ਵੀ ਜੀਓ, ਟ੍ਰੀਟਮੈਂਟ ਕਰਾਓ। ਇਹ ਵੀ ਹੋ ਸਕਦਾ। तो निरशल होना, निर्वैर होना, इस तरह नाम जपी। ऐसी कृपा करो मैं भी ध्रुव वर्गा बन जा, मैं भी प्रहलाद वर्गा बन जा। इस अवस्था विच जिस तरह की बिरती हुंदी है, भावें मैं बुढ़ा हो गया वां, वाहिगुरू कृपा करो मेरी बिरती ध्रुव वर्गी बना दिओ, मेरा सुभाव प्रहलाद वर्गा बना दिओ, मेरे अंदर कोई वैर विरोध ना रहे, मेरे अंदर भी उन्हां वांगू शरधा होवे, प्यार होवे। मैं भी भगत ध्रुव साहब वांगू, और बड़ी उच्ची अवस्था है ध्रुव दी। असी ना थोड़े संकीर्ण हो गए। संकीर्णता बस जेड़े मेरे प्रचारक भरा ने कई बार वो समझते भी जेड़े 10 गुरु साहबान ने ना, उन्हां तो सिवा बाकी जिन्ने लोग ने उन्हां नूं असीं रंदा ही फेरना। नहीं प्यारिओ, उंज ते तुसीं आत्म मंथन करो भी जेड़े जेड़े योग ने सब दा सत्कार करो, पर जिन्हां दा सत्कार गुरुआं ने कीता उन्हां दा सत्कार तुसीं करो। मैं कहना नहीं करना, आलोचना ना करो। जहां जहां ध्रुव नारद टेकै नैक टकावो मोहे, भगत नामदेव साहब।
ਜਿਹੜੀ ਉੱਚੀ ਅਵਸਥਾ ਧਰੂ ਨੂੰ ਬਖਸ਼ਿਸ਼ ਕੀਤੀ, ਜਿਹੜਾ ਉੱਚਾ ਮਰਾਤਬਾ ਨਾਰਦ ਨੂੰ ਬਖਸ਼ਿਸ਼ ਕੀਤਾ, ਮੇਰੇ ਤੇ ਵੀ ਤਰਸ ਕਰਕੇ ਮੈਨੂੰ ਵੀ ਦੇ ਦਿਓ। ਹੁਣ ਸਾਡੇ ਪ੍ਰਚਾਰਕਾਂ ਨੂੰ ਤੁਸੀਂ ਪੁੱਛ ਕੇ ਵੇਖੋ, ਨਾਰਦ ਕਹਿਣਗੇ ਨਾਰਦ ਤੇ ਬਹੁਤ ਨਾਟੀ ਬੰਦਾ ਸੀ, ਬੜਾ ਸ਼ਰਾਰਤੀ ਬੰਦਾ ਹੈ। ਇੱਕ ਤੇ ਮੁਕੰਮਲ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਨਹੀਂ ਹੁੰਦਾ, ਥੋੜੇ ਜਿਹੇ ਪੰਫਲੇਟ ਕੁਝ ਕੋਰਸ ਦੌਰਾਨ ਇਧਰੋਂ ਉਧਰੋਂ ਪੜ੍ਹੇ ਹੁੰਦੇ ਤੇ ਉਹ ਥੋੜਾ ਜਿਹਾ ਆਵਾ ਕੱਚਾ ਹੁੰਦਾ ਹੈ। ਕਈ ਹਨੂਮਾਨ ਦੇ ਦੁਆਲੇ ਹੋਏ ਹੁੰਦੇ ਨੇ ਰੰਦਾ ਲੈ ਕੇ, ਕੋਈ ਰਾਮਚੰਦਰ ਦੇ ਦੁਆਲੇ ਹੋਇਆ, ਕੋਈ ਸ਼ਿਵ ਜੀ ਦੇ ਦੁਆਲੇ ਹੋਇਆ। ਹੁਣ ਤੁਸੀਂ ਪੜ੍ਹੋ ਗੁਰੂ ਗ੍ਰੰਥ ਸਾਹਿਬ ਨਾ, ਮੈਂ ਤੁਹਾਡੇ ਗਿਆਤ ਲਈ ਅਰਜ਼ ਕਰਾਂ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਨੇ ਆ ਤੇ ਉਥੇ ਜਾਗਣ ਦੀ ਤੇ ਸੌਣ ਦੀ ਜਦੋਂ ਗੱਲ ਆਉਂਦੀ ਹੈ ਨਾ, ਪੰਡਿਤ ਜਨ ਮਾਤੇ ਪੜ ਪ੍ਰਾਨ, ਜੋਗੀ ਮਾਤੇ ਜੋਗ ਧਿਆਨ, ਤਪਸੀ ਮਾਤੇ ਤਪ ਕੈ ਭੇਵ, ਸੰਨਿਆਸੀ ਮਾਤੇ ਅਹਮੇਵ, ਸਭ ਮਦ ਮਾਤੇ ਕੋਉ ਨਾ ਜਾਗ, ਸੰਗ ਹੀ ਚੋਰ ਕਰ ਮੂਸਨ ਲਾਗ, ਜਾਗੈ ਸੁਖਦੇਵ ਅਰ ਕਰੂਰ, ਹਨਵੰਤ ਜਾਗੈ ਧਰ ਲੰਕੂਰ, ਸ਼ੰਕਰ ਜਾਗੈ ਚਰਨ ਸੇਵ, ਕਲ ਜਾਗੈ ਨਾਮਾ ਜੈ ਦੇਵ। 4-5 ਸੁੱਤਿਆਂ ਦਾ ਜ਼ਿਕਰ ਕੀਤਾ ਹੈ, 4-5 ਜਾਗਦਿਆਂ ਦਾ ਜ਼ਿਕਰ ਕੀਤਾ। ਮੈਂ ਥੋੜੇ ਜਿਹੇ ਅਰਥ ਤੁਹਾਡੀ ਖੁਸ਼ੀ ਲੈਣ ਵਾਸਤੇ ਕਰਦੇ ਹਾਂ, ਔਰ ਜਿਨ੍ਹਾਂ ਜਾਗਦਿਆਂ ਦਾ ਜ਼ਿਕਰ ਕੀਤਾ ਹੈ ਅਸੀਂ ਤੇ ਉਹਨਾਂ ਦੀ ਨਿੰਦਿਆ ਹੀ ਕਰਨੇ ਆ। ਲੋ ਜਰਾ ਸੁਣਿਓ। ਵਿਦਵਾਨ ਗਾਫਲਤਾ ਦੀ ਨੀਂਦ 'ਚ ਸੁੱਤੇ ਹੋਏ ਨੇ ਵੀ ਮੇਰੇ ਵਰਗਾ ਤੇ ਕੋਈ ਵਿਦਵਾਨ ਹੀ ਨਹੀਂਗਾ। ਕੱਲ ਰਾਤੀ ਮੈਂ ਕਿਸੇ ਗੁਰਦੁਆਰੇ ਕਥਾ ਕਰਨ ਗਿਆ ਔਰ ਆਵਾਜ਼ ਆਵੇ ਦੂਰੋਂ, ਜਿੱਥੇ ਗੱਡੀ ਖਿਲਾਰੀ ਉੱਥੇ ਉਹਨਾਂ ਚਾਹ ਪਾਣੀ ਛਕਾਇਆ ਤੇ ਅਗਾਂ ਅੱਧਾ ਕਿਲੋਮੀਟਰ ਆਉਣਾ ਸੀ ਤੇ ਆਵਾਜ਼ ਆਵੇ ਕੀਰਤਨ ਦੀ। ਮੈਂ ਕੋਈ ਬੜਾ ਮੱਝਿਆ ਹੋਇਆ ਰਾਗੀ ਹੈ, ਬੜੇ ਬੇਸ ਵਿੱਚ, ਬੜੇ ਸੁਰ ਵਿੱਚ, ਤਾਲ ਵਿੱਚ, ਬੜਾ ਹੀ ਰਸ ਪਿੰਨਾ ਕੀਰਤਨ। ਜਦੋਂ ਮੈਂ ਅੰਦਰ ਗਿਆ ਤੇ ਉਹ ਕਹਿੰਦੇ ਜੀ ਤੁਹਾਡੇ ਲੇਟ ਹੋਣ ਕਰਕੇ ਸੰਗਤ ਵਿੱਚੋਂ ਇੱਕ ਬੱਚੇ ਨੂੰ ਲਾਇਆ। ਉਹ ਬੱਚੇ ਦੀ ਡਰੈਸ ਤੋਂ ਹੀ ਪਤਾ ਲੱਗੇ ਵੀ ਉਹ ਰਾਗੀ ਹੈ। ਉਹ ਖਿਮਾ ਕਰਨਾ ਰਾਗੀ ਨਹੀਂ, ਉਹ ਸਧਾਰਨ ਬੱਚਾ ਹੈ। ਉਹਦੇ ਦਰਸ਼ਨ ਕੀਤੇ ਤੇ ਪਤਾ ਲੱਗਾ ਵੀ ਇਹ ਪ੍ਰੋਫੈਸ਼ਨਲ ਨਹੀਂ ਗਾ, ਸੰਗਤ ਵਿੱਚ ਉੱਠ ਕੇ ਕਰ ਰਿਹਾ, ਪਰ ਕੀਰਤਨ ਉਹਦਾ ਇਸ ਤਰ੍ਹਾਂ ਵੀ ਜਿਵੇਂ ਕੋਈ ਬਹੁਤ ਸਿਰੇ ਦਾ ਰਾਗੀ ਹੁੰਦਾ। ਪਰ ਸਾਡੇ ਵਰਗਿਆਂ ਨੂੰ ਕਈ ਵਾਰ ਹੰਕਾਰ ਹੋ ਜਾਂਦਾ ਵੀ ਮੇਰੇ ਵਰਗਾ ਕੋਈ ਕੀਰਤਨ, ਮੇਰੇ ਵਰਗੀ ਕੋਈ ਕਥਾ ਨਹੀਂ ਕਰ ਸਕਦਾ। ਭਈ ਇਹ ਤੇ ਉਹਦੀ ਦਾਤ ਤੇ ਪਤਾ ਨਹੀਂ ਉਹਨੇ ਕਿਹਦੀ ਝੋਲੀ ਚ ਪਾ ਦੇਣੀ ਹੈ। ਐਸਾ ਉਹਨੇ ਰੰਗ ਬੱਧਾ ਹੋਇਆ ਬੱਚੇ ਨੇ। ਸੰਗਤ ਜੀ, ਪਿਨ ਡ੍ਰੌਪ ਸਾਇਲੈਂਟ, ਜਿਸ ਤਰ੍ਹਾਂ ਅੰਮ੍ਰਿਤ ਚੱਲ ਰਿਹਾ ਹੋਵੇ ਆਕਾਸ਼ ਦੇ ਵਿੱਚੋਂ। ਮੇਰਾ ਚਿੱਤ ਕਰੇ ਬਈ ਇਹ ਹੋਰ ਸ਼ਬਦ ਪੜ੍ਹੇ ਤੇ ਮੈਂ ਵੀ ਬੈਠ ਕੇ ਸੰਗਤ ਵਿੱਚ ਆਨੰਦ ਲਵਾਂ। ਸਾਨੂੰ ਕਈ ਵਾਰ ਇਹ ਹੰਕਾਰ ਹੋ ਜਾਂਦਾ ਵੀ ਮੇਰੇ ਵਰਗਾ ਕੋਈ ਪੰਡਤ ਨਹੀਂਗਾ। ਪੰਡਤ ਦੇ ਅਰਥ ਬ੍ਰਾਹਮਣ ਨਹੀਂ ਹੁੰਦੇ, ਇਹ ਵੀ ਜਰਾ ਧਿਆਨ ਦਿਆ ਜੇ। ਪੰਡਤ ਮੀਨਸ ਬ੍ਰਾਹਮਣ ਨਹੀਂ, ਪੰਡਤ ਮੀਨ ਵਿਦਵਾਨ। ਵਿਦਵਾਨਾਂ ਨੂੰ ਇਹ ਨੀਂਦਰ ਆ ਗਈ ਗਾਫਲਤਾ ਦੀ ਵੀ ਮੈਂ ਵਿਦਵਾਨ ਬਹੁਤ ਹਾਂ। ਪੰਡਿਤ ਜਨ ਮਾਤੇ ਪੜ ਪੁਰਾਨ, ਜੋਗੀ ਮਾਤੇ ਜੋਗ ਧਿਆਨ। ਅਸੀਂ ਬੜੀ ਯੋਗ ਸਾਧਨਾ ਕਰਨੇ ਆ, ਉਹ ਉਹਨਾਂ ਤੇ ਗਲਬਾ ਪਾ ਗਈ ਗਾਫਲਤਾ, ਉਹਦੇ ਵਿੱਚ ਹੀ ਸੁੱਤੇ ਰਹਿ ਗਏ। ਤਪਸੀ ਮਾਤੇ ਤਪ ਕੈ ਭੇਵ, ਸੰਨਿਆਸੀ ਮਾਤੇ ਅਹਮੇਵ। ਸੰਨਿਆਸੀਆਂ ਨੂੰ ਵੀ ਹੰਕਾਰ ਹੋ ਗਿਆ, ਤਪਸੀਆਂ ਨੂੰ ਵੀ ਹੰਕਾਰ ਹੋ ਗਿਆ, ਪੰਡਤਾਂ ਨੂੰ ਵੀ ਹੰਕਾਰ ਦੀ ਨੀਂਦ ਵਿੱਚ ਸੌਂ ਗਏ। ਮਹਾਰਾਜ ਕੋਈ ਜਾਗਦਾ ਵੀ ਹੈ? ਸਭ ਮਦ ਮਾਤੇ ਆਪਣੇ ਆਪਣੇ ਹੰਕਾਰ ਵਿੱਚ ਮਸਤੇ ਹੋਏ ਸੁੱਤੇ ਹੋਏ ਨੇ। ਕੋਉ ਨਾ ਜਾਗ, ਸੰਗ ਹੀ ਚੋਰ ਘਰ ਮੂਸਨ ਲਾਗ। ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੋਂ ਲੁੱਟ ਰਹੇ ਨੇ, ਤੁਸੀਂ ਗਾਫਲਤਾ ਦੀ ਨੀਂਦ ਸੁੱਤੇ ਹੋ। ਮਹਾਰਾਜ ਕੋਈ ਜਾਗਦਾ ਵੀ ਹੈ? ਮਹਾਰਾਜ ਕਹਿ ਲਗੇ ਹਾਂ ਕੋਈ ਕੋਈ ਜਾਗਦਾ ਹੈ। ਕੋਈ ਨਾਂ ਦੱਸ ਦਿਓ। ਹਜ਼ੂਰ ਕਹਿਣ ਲੱਗੇ ਜਾਗੈ ਸੁਖਦੇਵ ਅਰ ਅਕਰੂਰ। ਇੱਕ ਛੋਟੀ ਜੀ ਪੁਸਤਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਵਾਂ ਤੇ ਥਾਵਾਂ ਦਾ ਕੋਸ਼। ਫਿਰ ਰਿਵਾਈਜ਼ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਨਾਵਾਂ ਤੇ ਥਾਵਾਂ ਦਾ ਕੋਸ਼। ਹੁਣ ਤੇ ਬੜੀਆਂ ਆ ਗਈਆਂ ਨੇ, ਸ਼ੁਰੂ ਚ ਮਾਸਟਰ ਮਹਿਤਾਬ ਸਿੰਘ ਦੀ ਕਿਤਾਬ ਆਈ ਸੀ ਤੇ ਬੜੀ ਉਹ ਮਕਬੂਲ ਹੋਈ ਸੀ, ਹੱਥੋਂ ਹੱਥ ਵਿਕ ਜਾਂਦੀ ਸੀ। ਗੁਰੂ ਗ੍ਰੰਥ ਸਾਹਿਬ ਚ ਜਿੰਨੇ ਵੀ ਥਾਵਾਂ ਦਾ ਮੈਂਸ਼ਨ ਨੇ, ਪਲੇਸ ਦਾ ਮੈਂਸ਼ਨ ਹੈ, ਔਰ ਜਿੰਨੇ ਵੀ ਨਾਵਾਂ ਦਾ ਜ਼ਿਕਰ ਹੈ, ਉਹਨਾਂ ਸਾਰਿਆਂ ਦੀ ਸੰਖੇਪ ਵਿਆਖਿਆ ਕੀਤੀ ਗਈ। ਜਿਵੇਂ ਬਨਾਰਸ ਕੇ ਠੱਗ ਸ਼ਬਦ ਆਇਆ ਤੇ ਉੱਥੇ ਬਨਾਰਸ ਨੂੰ ਵਿਆਖਿਆ ਗਿਆ ਹੋਵੇਗਾ ਵੀ ਬਨਾਰਸ ਕੀ ਹੈ, ਕਿੱਥੇ ਹੈ, ਇਤਿਹਾਸ। ਮਹਾਰਾਜ ਕਹਿ ਲਗੇ ਇੱਕ ਤੇ ਸੁਖਦੇਵ ਜਾਗਦਾ ਸੀ, ਸੁਖਦੇਵ ਰਿਖੀ ਜਾਗਦਾ ਸੀ, ਅਕਰੂਰ ਜਾਗਦਾ ਸੀ,
ਹੁਣ ਸਾਡੇ ਵਿੱਚ ਤੇ ਬਾਹਲਿਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਸੁਖਦੇਵ ਕੌਣ ਸੀ, ਅਕਰੂਰ ਕੌਣ ਸੀ। ਫਿਰ ਅਸੀਂ ਕਹਾਂਗੇ ਵੀ ਇਹਨਾਂ ਨਾਲ ਤੇ ਸਾਡਾ ਕੋਈ ਸਰੋਕਾਰ ਹੀ ਨਹੀਂਗਾ। ਜਾਗੈ ਸੁਖਦੇਵ ਅਰ ਅਕਰੂਰ। ਹੁਣ ਸੁਣਿਓ, ਹਨਵੰਤ ਜਾਗੈ ਧਰ ਲੰਕੂਰ। ਹਨੂਮਾਨ ਵੀ ਜਾਗਦਾ ਸੀ, ਭਾਵੇਂ ਉਹਨੂੰ ਪੂਛਲ ਲੱਗੀ ਹੋਈ ਸੀ, ਜਾਨਵਰ ਟਾਈਪ ਸੀ, ਵਾਨਰ ਟਾਈਪ ਸੀ, ਪਰ ਤੁਹਾਡਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਹ ਸੁੱਤਾ ਨਹੀਂ ਸੀ, ਉਹ ਜਾਗਦਾ ਸੀ। ਅਸੀਂ 2 ਸੂਤਰ ਹੋਰ ਬਲੇਡ ਥੱਲੇ ਕਰਕੇ ਹਨੂਮਾਨ ਨੂੰ ਉਹ ਰੰਦਾ ਫੇਰਨਿਆ ਜਿਹੜਾ ਰਹਿ ਰੱਬ ਦਾ ਨਾਂ। ਉਹ ਵੀ ਵਿਚਾਰਾ ਕਹਿੰਦਾ ਯਾਰ ਮੈਂ ਪਤਾ ਨਹੀਂ ਇਹਨਾਂ ਦਾ ਕੀ ਵਿਗਾੜਿਆ, ਮੈਂ ਤੇ ਉਦੋਂ ਹੈ ਹੀ ਨਹੀਂ ਸਾਂ ਜਦੋਂ ਇਹ ਸਨ, ਪਤਾ ਨਹੀਂ ਕਿਉਂ ਨਾਰਾਜ਼ ਹੋ ਗਏ ਨੇ। ਉਹ ਅਰਸ਼ ਚੋਂ ਦੇਖਦਾ ਹੋਣਾ ਵੀ ਖਾਲਸਾ ਜੀ ਪਤਾ ਨਹੀਂ ਕਿਉਂ ਨਾਰਾਜ਼ ਹੋ ਗਏ ਨੇ। ਤੁਹਾਡਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਾਗਦਾ ਸੀ, ਇਹ ਗਾਫਲਤਾ ਦੀ ਨੀਂਦ ਚ ਨਹੀਂ ਸੀ ਸੁੱਤਾ। ਸ਼ੰਕਰ ਜਾਗੈ, ਸ਼ੰਕਰ ਜਾਗਦਾ ਸੀ। ਚਰਨ ਸੇਵ, ਫਿਰ ਕਹਿੰਦੇ ਨੇ ਕਲ ਜਾਗੈ ਨਾਮਾ ਜੈ ਦੇ। ਇਹ ਪੂਰਬਲੇ ਯੁੱਗਾਂ ਵਿੱਚ ਹੋਏ ਜਿਹੜੇ ਜਾਗਦੇ ਸਨ। ਹੁਣ ਕਲਯੁਗ ਵਿੱਚ ਨਾਮਾ ਜੀ ਜਾਗਦੇ ਰਹੇ, ਜੈਦੇਵ ਜੀ ਜਾਗਦੇ ਰਹੇ, ਨਾਮਦੇਵ ਜੀ ਜਾਗਦੇ ਰਹੇ। ਭਗਤ ਜੈਦੇਵ ਸਾਹਿਬ ਦੇ ਪਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਸੰਗਤ ਜੀ। ਪ੍ਰਮਾਦ ਪੁਰਖ, ਮਨੋਪਮੰ ਸਤ ਆਦ ਭਾਵ ਰਤਨ ਇਤਿਆਦ। ਤੋ ਇਹ ਜਾਗਦਿਆਂ ਦੀ ਨਿਸ਼ਾਨੀ। ਤੋ ਮੈਂ ਤੁਹਾਡੀ ਫਿਰ ਸੁਰ ਤੋਂ ਦਰ ਲਿਆਵਾਂ, ਰਾਮ ਜਪੋਂ ਜੇ ਬਿੰਦੀ ਸਹਿਤ ਪਾਠ ਕੀਤਾ ਜੇ ਸਮਝਣ ਲਈ ਤੇ ਕੋਈ ਹਰਜ ਨਹੀਂ, ਅਰਥਾਂ ਦੇ ਨੇੜੇ ਹੋ ਜੀਦਾ। ਪਰ ਜੇ ਚਲੋ ਵੈਸੇ ਅਸੀਂ ਬਿੰਦੀ ਨਾ ਲਾਈਏ ਉਚਾਰਨ ਕਰਨ ਵੇਲੇ ਤੇ ਅਰਥ ਉਸ ਤਰ੍ਹਾਂ ਕਰ ਲਈਏ ਤੇ ਤਾਂ ਵੀ ਕੋਈ ਹਰਜ ਨਹੀਂ। ਵੀ ਹੇ ਵਾਹਿਗੁਰੂ, ਮੈਂ ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਜਪਾਂ, ਐਸੀ ਕਿਰਪਾ ਕਰੋ ਜਿਵੇਂ ਧਰੂ ਸਾਹਿਬ ਨੇ ਜਪਿਆ, ਪ੍ਰਹਿਲਾਦ ਸਾਹਿਬ ਨੇ ਜਪਿਆ, ਤਾਂ ਵੀ ਕੋਈ ਹਰਜ ਨਹੀਂ। ਕਿਉਂਕਿ ਜਿਹੜੀ ਕੰਟਰੋਵਰਸੀ ਹੈ ਨਾ, ਉਹਦੇ ਚੋਂ ਪ੍ਰਾਪਤ ਕੁਛ ਨਹੀਂ ਹੁੰਦਾ, ਥਕਾਵਟ ਮਿਲਦੀ ਹੈ ਔਰ ਅੰਦਰੋਂ ਇੱਕ ਬੇਚੈਨੀ ਜੀ ਮਿਲਦੀ ਹੈ। ਝੱਜਾ ਉਰਜ ਸੂਰਜ ਨਹੀਂ ਜਾਂਦਾ। ਕਈ ਲੋਕ ਨੇ ਵਿਚਾਰ ਵਿੱਚ ਉਲਝ ਨਹੀਂ ਜਾਣਦੇ ਨੇ, ਗੱਲ ਨੂੰ ਸੁਲਝਾਉਣ ਵਾਲੇ ਪਾਸੇ ਨਹੀਂ ਜਾਣਾ, ਉਲਝਾ ਦੇਣਾ ਹੋਰ ਵਾਦ ਵਿਵਾਦ। ਹੁਣ ਤੁਸੀਂ ਵੇਖੋ ਕਥਾਵਾਚਕਾਂ ਦੇ ਨਾਲ 4-4 5-5 ਗਾਰਡ, ਇਹਨੂੰ ਲੋਕੀ ਮਾਰਦੇ ਨੇ ਜੀ। ਤੇ ਹੁਣ ਉਹ ਕੋਈ ਨਾ ਕੋਈ ਉਲਝਣ ਵਾਲੀ ਗੱਲ ਹੁੰਦੀ ਹੈ ਤਾਂ ਹੀ ਮਾਰਦੇ ਨੇ ਨਾ। ਮੈਨੂੰ ਤੇ ਕਦੀ ਕਿਸੇ ਨੇ ਮਾਰਿਆ ਨਹੀਂ, ਇੰਨੇ ਸਾਲ ਹੋ ਗਏ ਨੇ। ਤੋ ਜਦੋਂ ਕੰਟਰੋਵਰਸ਼ੀਅਲ ਗੱਲਾਂ ਨੂੰ ਅਸੀਂ ਹਾਈਲਾਈਟ ਕਰਨੇ ਆ ਤੇ ਫਿਰ ਕੋਈ 4 ਸ਼ਰੀਰ ਜ਼ਿਆਦਾ ਖੁਸ਼ ਹੋ ਜਾਂਦੇ ਨੇ ਤੇ ਕੋਈ 4 ਸ਼ਰੀਰ ਜ਼ਿਆਦਾ ਨਾਰਾਜ਼ ਵੀ ਹੋ ਜਾਂਦੇ ਨੇ। ਅਸੀਂ ਧਿਰ ਬਣ ਜਾਂਦੇ ਆ, ਫਿਰ ਕਿਸੇ ਸੰਸਥਾ ਦੀ ਧਿਰ ਬਣ ਜਾਂਦੇ। ਨਹੀਂ, ਅਸੀਂ ਸਾਰੀ ਕੌਮ ਦੇ ਪ੍ਰਚਾਰਕ ਬਣੀਏ। ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ, ਇਹ ਸਾਰੀ ਗੁਲਦਸਤਾ ਹੈ। ਤੇ ਗੁਲਦਸਤਾ ਕੱਲਾ ਗੁਲਾਬ ਦੇ ਫੁੱਲਾਂ ਦਾ ਸੋਹਣਾ ਨਹੀਂ ਲੱਗਦਾ, ਉਹਦੇ ਚ 8 10 15 ਕਿਸਮ ਦੇ ਫੁੱਲ ਹੋਣ, ਗੁਲਦਸਤਾ ਹੋਰ ਵੀ ਸੋਹਣਾ ਲੱਗਦਾ। ਇੱਕ ਫੁੱਲ ਦਾ ਨਾਮ ਅਖੰਡ ਕੀਰਤਨ ਜਥਾ ਹੈ, ਦੂਜੇ ਦਾ ਦਮਦਮੀ ਟਕਸਾਲ ਹੈ, ਤੀਜੇ ਦਾ ਮਿਸ਼ਨਰੀ ਹੈ, ਚੌਥੇ ਦਾ ਨਾਨਕਸਰ ਹੈ, ਪੰਜਵੇਂ ਦਾ ਰਾੜਾ ਸਾਹਿਬ ਹੈ, ਛੇਵੇਂ ਦਾ ਨਸ਼ਹਿਰਾ ਵਾਲੇ ਨੇ, 7ਵੇਂ ਦਾ ਕੋਈ ਹੋਰ ਹੈ, 8ਵੇਂ ਦਾ ਕੋਈ ਹੋਰ ਹੈ, 9ਵੇਂ 10ਵੇਂ ਦਾ ਕੋਈ ਹੋਰ ਹੈ। ਹਰਜ ਕੀ ਹੈ? ਗੁਲਦਸਤਾ, ਵੱਖਰੇ ਵੱਖਰੇ ਫੁੱਲ ਨੇ, ਇੱਕ ਸੁਰਤਾ ਆ ਜਾਏ ਉਹਨਾਂ ਚ, ਇਹ ਗੱਲ ਤੇ ਚੰਗੀ ਹੈ। ਖੈਰ, ਤੋ ਮੈਂ ਅਰਜ ਕਰ ਰਿਹਾ ਸਾਂ, ਇਸ ਤਰ੍ਹਾਂ ਨਾਮ ਜਪੀਏ, ਕਿਰਪਾ ਕਰੋ ਜਿਵੇਂ ਧਰੂ ਸਾਹਿਬ ਨੇ ਜਪਿਆ, ਪ੍ਰਹਿਲਾਦ ਸਾਹਿਬ ਨੇ ਜਪਿਆ। ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਹਜ਼ੂਰ ਕਹਿੰਦੇ ਨੇ ਦੀਨ ਦਇਆਲ ਪਰੋਸੈ ਤੇਰੇ। ਦਇਆਲ ਦੇ ਅੱਖਰੀ ਅਰਥ ਨੇ ਦਇਆ ਪਲੱਸ ਆਲ। ਆਲ ਮੀਨਜ ਆਲਿਆ, ਆਲਿਆ ਮੀਨਜ ਘਰ। ਜਿਵੇਂ ਵਿਦਿਆਲਿਆ, ਵਿਦਿਆ ਪਲੱਸ ਆਲਿਆ, ਵਿਦਿਆ ਦਾ ਘਰ। ਇਸੇ ਤਰ੍ਹਾਂ ਦਇਆਲ, ਦਇਆ ਪਲੱਸ ਆਲ, ਆਲ ਮੀਨਜ ਆਲਿਆ, ਦਇਆ ਦੇ ਘਰ, ਦਇਆ ਦੇ ਸਾਗਰ, ਦਇਆ ਦੇ ਸੋਮੇ। ਕੌਣ? ਪ੍ਰਮਾਤਮਾ। ਹਜ਼ੂਰ ਫਰਮਾਨ ਕਰ ਰਹੇ ਨੇ ਦੀਨ ਦਇਆਲ ਭਰੋਸੇ ਤੇਰੇ, ਤੇਰੇ ਭਰੋਸੇ ਦੇ ਉੱਤੇ ਮੈਂ ਇੱਕ ਹੋਰ ਕੰਮ ਕਰ ਲਿਆ ਕਿ ਸਭ ਪਰਿਵਾਰ ਚੜਾਇਆ ਬੇੜੇ। ਕਿਹੜਾ ਪਰਿਵਾਰ ਜੀ? ਸਾਡਾ ਇੱਕ ਤੇ ਪਰਿਵਾਰ ਹੈ, ਬੇਟੀ ਬੇਟਾ, ਪਤੀ ਪਤਨੀ,
ਮਾਤਾ ਪਿਤਾ ਇਤਿਆਦ ਉਹੀ ਪਰਿਵਾਰ ਹੈ। ਪਰ ਹੁਣ ਕਈਆਂ ਦਾ ਉਹ ਪਰਿਵਾਰ ਹੁੰਦਾ ਹੀ ਨਹੀਂ, ਮੈਨੂੰ ਖਿਮਾ ਕਰਨਾ, ਵਿਹੰਗਮ ਨੇ, ਬਿਰਧ ਹੋ ਗਏ ਨੇ, ਔਰ ਜਿਹੜੇ ਪੂਰਵਜ ਸਾਨੂੰ ਚਲਾਣਾ ਕਰ ਚੁੱਕੇ ਨੇ, ਹੁਣ ਉਹ ਕੱਲਾ ਰਹਿ ਗਿਆ। ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਵੀ ਮਨ ਮੁਖੀ ਹੈ ਔਰ ਇੰਦਰੇ ਇਹਦੇ ਸਾਰਾ ਪਰਿਵਾਰ ਨੇ। ਕੰਨ, ਅੱਖਾਂ, ਨਾਸਕਾ, ਕਰਮ ਇੰਦਰੇ, ਗਿਆਨ ਇੰਦਰੇ ਮਨ ਦਾ ਪਰਿਵਾਰ ਨੇ। ਇਹ ਜਿਹੜਾ ਪਰਿਵਾਰ ਹੈ ਇੰਦਰਿਆਂ ਦਾ, ਇਹ ਹੁਣ ਤੁਹਾਡੇ ਵਾਲੇ ਪਾਸੇ ਲਾ ਦਿੱਤਾ ਹੈ। ਤੁਸੀਂ ਕਿਰਪਾ ਕਰੋ, ਅੱਖਾਂ ਨੂੰ ਅਕਲ ਦਿਓ, ਜੋ ਵੇਖਣਾ ਚਾਹੀਦਾ ਵੇਖਣ, ਜੋ ਨਹੀਂ ਵੇਖਣਾ ਚਾਹੀਦਾ ਨਾ ਵੇਖਣ, ਜੋ ਸੁਣਨਾ ਚਾਹੀਦਾ ਸੁਣਨ, ਜੋ ਨਹੀਂ ਸੁਣਨਾ ਚਾਹੀਦਾ ਨਾ ਸੁਣਨ, ਜੋ ਸੁਣਨਾ ਚਾਹੀਦਾ ਸੁਣਨ, ਜੋ ਨਹੀਂ ਸੁਣਨਾ ਚਾਹੀਦਾ ਨਾ ਸੁਣਨ, ਜੋ ਕਰਨਾ ਚਾਹੀਦਾ ਹੱਥ ਕਰਨ, ਜੋ ਨਹੀਂ ਕਰਨਾ ਚਾਹੀਦਾ ਨਾ ਕਰਨ, ਜਿੱਥੇ ਜਾਣਾ ਚਾਹੀਦਾ ਸੰਗਤ 'ਚ ਪੈਰ ਲੈ ਕੇ ਜਾਣ, ਜਿਸ ਪੱਬ 'ਚ ਨਹੀਂ ਜਾਣਾ ਚਾਹੀਦਾ ਪੈਰ ਉੱਥੇ ਨਾ ਲੈ ਕੇ ਜਾਣ। ਜਦੋਂ ਕਰਮ ਇੰਦਰੀਆਂ ਦੀ ਗੱਲ ਆਉਂਦੀ ਹੈ, ਪੈਰ ਕਰਮ ਇੰਦਰੇ ਨੇ, ਹੱਥ ਕਰਮ ਇੰਦਰੇ ਨੇ, ਜੀਭ ਬੋਲਦੀ ਹੈ ਨਾ, ਇਹ ਵੀ ਕਰਮ ਕਰਦੀ ਹੈ। ਪੈਰ ਕਰਮ ਇੰਦਰੇ ਨੇ, ਹੱਥ ਕਰਮ ਇੰਦਰੇ ਨੇ, ਜੀਭ ਕਰਮ ਇੰਦਰਾ, ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਕਰਮ ਇੰਦਰੇ ਨੇ। ਜਦੋਂ ਗਿਆਨ ਇੰਦਰਿਆਂ ਦੀ ਗੱਲ ਆਉਂਦੀ ਹੈ, ਫਿਰ ਹੱਥ ਤੇ ਪੈਰ ਗਿਆਨ ਇੰਦਰਿਆਂ 'ਚ ਨਹੀਂ ਆਉਂਦੇ। ਇਹ ਦੇਖੋ, ਇਹਦੇ ਹੋਰ ਵਧੇਰੇ ਜਾਣਕਾਰੀ ਲਈ ਮਹਾਨ ਕੋਸ਼ ਬੜਾ ਸੁੰਦਰ ਵਿਆਖਿਆ ਕੀਤੀ ਹੋਈ ਹੈ। ਕਰਮ ਇੰਦਰੇ ਕਿਹੜੇ ਨੇ, ਗਿਆਨ ਇੰਦਰੇ ਕਿਹੜੇ ਨੇ। ਕਿਤੇ ਕਿਤੇ ਫਿਰ ਕਰਮ ਇੰਦਰੇ ਤੇ ਗਿਆਨ ਇੰਦਰਿਆਂ ਨੂੰ ਮਿਕਸ ਕਰਕੇ ਵੀ ਗਿਣ ਲੈਂਦੇ ਨੇ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਹੁਣ ਹਜ਼ੂਰ ਕਹਿ ਰਹੇ ਨੇ ਸਭ ਪਰਿਵਾਰ ਚੜਾਇਆ ਬੇੜੇ, ਸਾਰੇ ਇੰਦਰੇ ਤੇਰੇ ਵਾਲੇ ਪਾਸੇ ਲਾ ਦਿੱਤੇ ਨੇ। ਅੰਤਰ ਗੁਰ ਆਰਾਧਨਾ, ਅੰਦਰ ਮੀਨ ਮਨ, ਸੁਰਤ, ਸੁਰਤ ਵਿੱਚ ਵੀ ਤੈਨੂੰ ਟਿਕਾ ਲਿਆ, ਸੁਰਤ ਨਾਲ ਵੀ ਤੈਨੂੰ ਆਰਾਧਨਾ ਸ਼ੁਰੂ ਕਰ ਦਿੱਤਾ। ਦੂਜਾ ਹੁਣ ਪਰਿਵਾਰ ਦਾ ਮੈਂਬਰ ਕੌਣ ਹੈ? ਜਿਹਵਾ ਜਪ ਗੁਰ ਨਾਮ, ਜੀਭ ਨਾਲ ਵੀ ਜਪਣਾ ਸ਼ੁਰੂ ਕਰ ਦਿੱਤਾ, ਸੁਰਤ ਨਾਲ ਵੀ, ਜੀਭ ਨਾਲ ਵੀ। ਔਰ ਜ਼ਰੂਰੀ ਬੜਾ ਹੈ ਵੀ ਕੱਪੜੇ ਸਿਉਣ ਵਾਲੀ ਮਸ਼ੀਨ ਦੇ ਉੱਤੇ ਜਿਹੜੀ ਰੀਲ ਹੈ ਉਹ ਕਾਇਮ ਹੈ। ਫਿਰਕੀ ਦਾ ਧਾਗਾ ਵੀ ਫਿਰਕੀ ਭਰੀ ਹੋਵੇ, ਕੱਪੜਾ ਤਾਂ ਹੀ ਸੀਪਦਾ। ਰੀਲ ਹੈ, ਫਿਰਕੀ ਮੁੱਕ ਗਈ ਹੈ ਤੇ ਕੱਪੜਾ ਨਹੀਂ ਸੀਪਣਾ। ਫਿਰਕੀ ਹੈ, ਰੀਲ ਮੁੱਕ ਗਈ ਹੈ, ਕੱਪੜਾ ਤਾਂ ਵੀ ਨਹੀਂ ਸੀਪਣਾ। ਡਿਸ਼ ਠੀਕ ਹੈ, ਐਲਈਡੀ ਠੀਕ ਨਹੀਂ, ਮਨੋਰੰਜਨ ਤਾਂ ਵੀ ਨਹੀਂ ਹੋਣਾ। ਐਲਈਡੀ ਠੀਕ ਹੈ, ਡਿਸ਼ ਠੀਕ ਨਹੀਂ, ਮਨੋਰੰਜਨ ਤਾਂ ਵੀ ਨਹੀਂ ਹੋਣਾ। ਇਹਨਾਂ ਦਾ ਸੰਗਮ ਹੈ, ਸੁਮੇਲ ਹੈ। ਇਸ ਲਈ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਔਰ ਨੇਤਰੀ ਸਤਿਗੁਰ ਪੇਖਣਾ। ਭਾਗਾਂ ਵਾਲੀਆਂ ਉਹ ਅੱਖਾਂ ਨੇ ਜਿਹੜੀਆਂ ਗੁਰੂ ਦੇ ਦੀਦਾਰ ਕਰਦੀਆਂ ਨੇ। ਸੰਗਤ ਜੀ, ਕਿਸੇ ਗੱਲ ਨੂੰ ਰੋਜ਼-ਰੋਜ਼ ਕਹੀਏ ਨਾ ਤੇ ਉਹਦਾ ਅਸਰ ਮਨਫੀ ਹੋ ਜਾਂਦਾ ਹੈ। ਬਈ ਇਹ ਗ੍ਰੰਥੀ ਰਾਗੀ ਪ੍ਰਚਾਰਕਾਂ ਦਾ ਤੇ ਕੰਮ ਹੀ ਇਹ ਵੇ ਵੀ ਸਾਧ ਸੰਗਤ ਜੀ ਤੁਸੀਂ ਬੜੇ ਵਡਭਾਗੇ ਹੋ। ਭਾਈ ਤੁਸੀਂ ਸੱਚੀ ਮੁੱਚੀ ਵਡਭਾਗੇ ਹੋ। ਨੈਣ ਨਾ ਦੇਖੇ ਸਾਧ, ਸੇ ਨੈਣ ਬੇਹਾਲਿਆ। ਕੋਈ ਹਾਲ ਨਹੀਂ। ਕੀ ਹਾਲ ਹੈ ਜੀ? ਕੋਈ ਹਾਲ ਨਹੀਂ ਜੀ, ਬੇਹਾਲ ਆ। ਹਜ਼ੂਰ ਕਹਿੰਦੇ ਨੈਣ ਨਾ ਦੇਖੈ ਸਾਧ, ਸੇ ਨੈਣ ਬੇਹਾਲਿਆ। ਕਰਨ ਨਾ ਸੁਣਈ ਨਾਦ, ਕੰਨਾਂ ਨਾਲ ਨਾਦ ਨਹੀਂ ਸੁਣਿਆ, ਸ਼ਬਦ ਨਹੀਂ ਸੁਣਿਆ ਗੁਰੂ ਦਾ। ਹੋਰ ਬਹੁਤ ਸੁਣਿਆ, ਨਿੰਦਾ ਚੁਗਲੀ ਬੜੀ ਸੁਣੀ ਹੈ, ਪਰ ਗੁਰੂ ਦਾ ਨਾਦ ਨਹੀਂ ਸੁਣਿਆ। ਆਸਾ ਕੀ ਵਾਰ ਨਹੀਂ ਸੁਣੀ, ਜਪਜੀ ਕੰਨਾਂ ਵਿੱਚ ਨਹੀਂ ਪਈ, ਗੁਰਬਾਣੀ ਕੰਨਾਂ 'ਚ ਨਹੀਂ ਪਈ, ਹੋਰ ਬਹੁਤ ਕੁਝ ਪਿਆ ਹੈ, ਵਿਅਰਥ ਹੈ ਸਭ। ਕਰਨ ਮੁੰਦ ਘਾਲਿਆ, ਇਹੋ ਜਿਹੇ ਕੰਨਾਂ ਨੂੰ ਪੱਕੇ ਤੌਰ ਤੇ ਹੀ ਬੋਲੇ ਕਰ ਦੇਣਾ ਚਾਹੀਦਾ, ਮੁੰਦ ਦੇਣਾ ਚਾਹੀਦਾ, ਬੰਦ ਕਰ ਦੇਣਾ ਚਾਹੀਦਾ, ਨਕਾਰੇ ਕਰ ਦੇਣਾ ਚਾਹੀਦਾ। ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਤੇਰੇ ਜੇਵਾ ਭਗਤ ਨਾਮਦੇਵ ਸਾਹਿਬ ਮਹਾਰਾਜ, ਕਰੋ ਸਤਖੰਡ, ਐ ਜੀਬ ਮੈਂ ਤੇਰੇ 100 ਟੁਕੜੇ ਕਰ ਦਿਆਂ। 7 ਮੀਨਸ 100। ਤੁਸੀਂ ਕਹੋਗੇ 7 ਦੇ ਅਰਥ ਤੇ 7 ਬਣਨੇ ਚਾਹੀਦੇ ਨੇ, 100 ਕਿਉਂ? ਕਿਉਂਕਿ ਗੁਰਬਾਣੀ ਵਿੱਚ ਨਾ ਕਿਤੇ ਕਿਤੇ 100 ਨੂੰ 7 ਵੀ ਕਿਹਾ ਹੈ, ਕਿਤੇ ਕਿਤੇ ਸੱਦ ਵੀ ਕਿਹਾ ਹੈ, ਕਿਤੇ ਕਿਤੇ 100 ਵੀ ਕਿਹਾ ਹੈ। ਇੱਕ ਥਾਂ ਤੇ 100 ਨਹੀਂ ਕਹਿਣਾ, ਉੱਥੇ ਅਸੀਂ 100 ਕਹਿ ਜਾਂਦੇ ਆ। ਜਦੋਂ ਜਕਾਰਾ ਛੱਡਦੇ ਹੋ ਨਾ, ਉਹਦੇ ਵਿੱਚ ਉਚਾਰਨ ਕਰਨਾ 100। ਜਿਸ ਤਰ੍ਹਾਂ ਇੰਗਲਿਸ਼ 'ਚ ਲਿਖਦੇ ਹੋ SO,
SO, सौ नहीं, बोले सौ निहाल नहीं, बोले सो निहाल मीन्स जेड़ा सत श्री अकाल बोलेगा वो निहाल हो जाएगा। इस वास्ते ये बहुत वड्डी मिस्टेक है संगत विच, जे कट है गुरपुरब है जकारा बुलाया है ते 90 लोग ये मिस्टेक करते हैं 100 चो 90 लोग। कदी नोटिस करके देखियो तुसी, बोले सो निहाल, सौ निहाल नहीं, कनोड़ा नहीं होड़े नाल कहना है। खैर मैं अर्ज कर रहा सा, हजूर साहब प्रेरणा कर रहे ने, अंतर गुर आराधना जेवा जप गुर नाओ नेत्री सतगुर रेजेबा करो सत खंड। हुण सत दे अर्थ 100 किवें हो गए? बलिहारी गुर अपने दिवहाड़ी सदवार, सस्सा ते दद्दा सद। हुण उत्थे सद दे अर्थ की ने? 100। क्यों? क्योंकि 100 वास्ते एक शब्द आउंदा छत। हुण जे उत्थे सद दे पैर च बिंदी ला के शद किया जाए ते अर्थां दे ते नेड़े असीं हो जाने, चलो ना लाओ। हुण वो जिहड़ा तत्ता है ओदी थां ते दद्दा आ गया। प्रति छत, छत मीन 100, परसेंट, परसेंट दा इत्थे स्वरूप है प्रतिशत। एक एक दिन च मैं गुरु तो 100 वार सदके जावां। हालांकि गुरबाणी विच सद सम्मन दे मीनिंग विच भी आया, सम्मन बुलावा। सद आलवेज दे अर्थां विच भी आया। प्रकरण दे हिसाब नाल अर्थ फिर जिहड़े ने वो देखने पैंदे ने। तो रेजेबा करो सत खंड जाम ना उचरस श्री गोबिंद, नैन ना देखे साध से नैन बेहालिया, करण ना सुनई नाद करण मुंद घालिया, रसना जपै ना नाम तिल तिल कर कटिए, हरिहा जब बिसरै गोबिंद राय दिनों दिन कटिए। अंतर गुर आराधना जेहवा जप गुर नाओ, नेत्री सतगुर पेखना सरवणी सुनना गुर नाओ। हुण वेखो अंदर भी आराधना है, जीभ नाल भी जपना है, नेत्रा नाल वेखना है, कन्ना नाल सुनना है। मानो सारे परिवार नूं ही उधर ला दिता। ये परिवार है गुरमुखो। इहनूं फिर हजूर कहिंदे ने, मेरा गला तो नहीं साथ दे रहा, समा समाप्ति के करीब है, पर चलो एक बार सारे आपां रल के रसना पवित्र करिए ते आखिए जी, सब परिवार चढ़ाया बेड़े, सब परिवार चढ़ाया मेड़े, सब परिवार दीन दयाल परोसे तेरे, दीन दयाल परोसे तेरे। दीन दयाल परोसे तेरे, दीन दयाल परोसे तेरे। सब परिवार चढ़ाया बेड़े, सब परिवार चढ़ाया बेड़े। इस तरह मनुख यतन करके इंद्रियां सारियां नूं गुरु वाले पासे ला के ते फिर इस तरह गाए भी, सच्चे पातशाह हुण ते दोवें कन्न, दोवें अखां, दोवें नासका, रसना, त्वचा, सुरत, मन, बुद्ध सारे तेरे बेड़े विच चाड़ दिते ने। दिल करदा ही ते पार कर लै, दिल करदा ही ते डोब दे, जो तेनू चंगा लगे। पर इस तरह असीं अपलाई करिए, यतन करिए, फिर अरदास करिए। फिर अगे जाच दसदे ने,
ਕਹਿੰਦੇ ਜਾਂ ਤਿਸ ਭਾਵੈ ਤਾਂ ਹੁਕਮ, ਇਹ ਕਿਹੜਾ ਹੁਕਮ? ਇੰਦਰੀਆਂ ਨੂੰ ਵਾਹਿਗੁਰੂ ਵਾਲੇ ਪਾਸੇ ਲਾਣ ਦਾ ਜਿਹੜਾ ਹੁਕਮ ਹੈ। ਜੇ ਉਹਨੂੰ ਚੰਗਾ ਲੱਗੇ ਤੇ ਫਿਰ ਇਹ ਮਨਾ ਲੈਂਦਾ ਹੈ। ਸਾਡੇ ਕੋਲੋਂ ਇਹ ਬਣ ਆਉਂਦਾ ਹੈ ਵੀ ਅਸੀਂ ਸੱਚੀ ਮੁੱਚੀ ਇੰਦਰੀ ਉਧਰ ਲਾ ਲੈਂਦੇ ਹਾਂ ਜੇ ਉਹਨੂੰ ਭਾ ਜਾਈਏ। ਹੁਣ ਫਿਰ ਇੱਥੇ ਮੈਂ ਬੇਨਤੀ ਕਰਾਂ ਵੀ ਭਾ ਕਿਵੇਂ ਜਾਈਏ? ਵੇਖੋ ਦੋ ਗੱਲਾਂ ਨੇ, ਇੱਕ ਹੈ ਬਖਸ਼ਿਸ਼, ਇੱਕ ਹੈ ਕਰਮ। ਕਰਮ ਮੀਨਸ ਐਕਟੀਵਿਟੀ, ਗਤੀਵਿਧੀਆਂ, ਉਦਮ ਕਹਿ ਲਈਏ ਗੱਲ ਸਮਝਣ ਲਈ। ਪਹਿਲਾਂ ਯਤਨ ਕਰਨਾ ਹੈ ਵੀ ਉਹਦੀ ਕਿਰਪਾ ਹੋਵੇ, ਕਿ ਪਹਿਲਾਂ ਕਿਰਪਾ ਹੋਵੇਗੀ ਤੇ ਫਿਰ ਅਸੀਂ ਨਾਮ ਜਪਾਂਗੇ। ਇਹ ਥੋੜੀ ਜੀ ਬਰੀਕ ਗੱਲ ਹੈ ਵੀ ਉਹਦੀ ਬਖਸ਼ਿਸ਼ ਤੋਂ ਬਿਨਾ ਨਾਮ ਨਹੀਂ ਜਪਿਆ ਜਾਂਦਾ। ਬਿਲਕੁਲ ਠੀਕ ਹੈ, ਉਹਨੂੰ ਭਾਵੇਗਾ ਤੇ ਉਹ ਹੁਕਮ ਮਨਾਵੇਗਾ। ਹੁਣ ਜਦੋਂ ਉਹਨੂੰ ਭਾਵੇਗਾ ਫਿਰ ਉਹ ਮਨਾ ਲਏਗਾ, ਅਸੀਂ ਵੇਟ ਕਰਨੇ ਆ। ਹੁਣ ਪਹਿਲਾਂ ਬਖਸ਼ਿਸ਼ ਕੇ ਕਰਮ, ਵੀ ਕਰਮ ਕਰਾਂਗੇ ਤੇ ਫਿਰ ਬਖਸ਼ਿਸ਼ ਹੋਵੇਗੀ। ਨਹੀਂ, ਬਖਸ਼ਿਸ਼ ਹੋਵੇਗੀ ਫਿਰ ਕਰਾਂਗੇ, ਉਹਦੀ ਬਖਸ਼ਿਸ਼ ਤੋਂ ਬਿਨਾਂ ਅਸੀਂ ਕੀ ਕਰ ਸਕਨੇ ਆ? ਹੁਣ ਕੀ ਕਰਨਾ ਹੈ? ਧਿਆਨ ਦਿਆ ਜੀ, ਅਸੀਂ ਕਰਮ ਸ਼ੁਰੂ ਕਰ ਦੇਣਾ। ਅਸੀਂ ਆਪਣੇ ਵੱਲੋਂ ਪ੍ਰਯਾਸ ਔਰ ਅਰਦਾਸ, ਇਹ ਦੋ ਚੀਜ਼ਾਂ ਕਰ ਦੇਣੀਆਂ ਨੇ। ਇਹ ਨਹੀਂ ਵੀ ਜਦੋਂ ਉਹਦੀ ਬਖਸ਼ਿਸ਼ ਹੋਵੇਗੀ ਤੇ ਉਦੋਂ ਅਸੀਂ ਸਟਾਰਟ ਕਰਾਂਗੇ। ਇਹ ਮੈਂ ਬੇਨਤੀ ਕਰਦੇ ਆ, ਇਹ ਨਿਚੋੜ ਹੈ ਗੁਰਮਤਿ ਦਾ। ਬਖਸ਼ਿਸ਼ ਤੇ ਉਹਦੀ ਹਰ ਵਕਤ ਹੀ ਹੈ। ਹੁਣ ਪਾਤਰਤਾ ਵੀ ਤੇ ਚਾਹੀਦੀ ਹੈ ਨਾ ਅੱਗੋਂ। ਅਸੀਂ ਪਾਤਰਤਾ, ਅਸੀਂ ਆਪਣਾ ਦਾਮਨ ਉਹ ਬਣਾਉਣਾ ਹੈ ਤਾਂ ਕਿ ਉਹਦੀ ਬਖਸ਼ਿਸ਼ ਦੇ ਅਸੀਂ ਪਾਤਰ ਬਣ ਸਕੀਏ। ਅਰਸ਼ ਵਿੱਚੋਂ ਇੱਕ ਨੂਰ ਝੜਦਾ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਨੂਰ ਅਰਸੋਂ ਕੁਰਸੋਂ। ਜਿਨ੍ਹਾਂ ਨੇ ਬੂਟੇ ਲਾਏ ਹੁੰਦੇ ਨੇ, ਤੁਸੀਂ ਕਿਸੇ ਗਮਲੇ ਵਿੱਚ ਨਾ ਮਿੱਟੀ ਤੋਲ ਕੇ ਵੱਡੇ ਗਮਲੇ 'ਚ ਕੋਈ ਫਲਾਂ ਵਾਲਾ ਬੂਟਾ ਲਾ ਲਓ ਔਰ ਤੁਸੀਂ 2 ਸੀਜ਼ਨ ਉਹਦੇ 'ਚੋਂ ਫਲ ਲੈ ਲਓ। ਤੁਸੀਂ ਕਹੋਗੇ ਵੀ ਮਿੱਟੀ ਵੀ ਓਨੀ ਹੋਈ ਹੈ ਤੇ ਫਲ ਅਸੀਂ ਮਣਾਂ ਦੇ ਹਿਸਾਬ ਨਾਲ ਲੈ ਲੈਣੇ, ਆਏ ਕਿੱਥੋਂ ਨੇ? ਉਹ ਜਿਹੜਾ ਰਸ ਭਰਦਾ ਹੈ ਨਾ, ਉਹ ਸਪੇਸ 'ਚੋਂ ਭਰਦਾ ਉਹਦੇ ਵਿੱਚ। ਹੁਣ ਉਹ ਤੇ ਭਰੇਗਾ ਜਿੰਨੇ ਬੂਟੇ ਲਾਏ ਨੇ, ਜਿੰਨੇ ਲਾਏ ਨਹੀਂ ਉੱਥੇ ਕਿੱਥੋਂ ਆਵੇਗਾ? ਪਾਤਰਤਾ ਤੇ ਕਾਇਮ ਕਰਨੀ ਪਏਗੀ ਨਾ। ਤੋਂ ਪਹਿਲਾਂ ਅਸੀਂ ਕਰਮ ਸ਼ੁਰੂ ਕਰ ਦਈਏ, ਬੂਟੇ ਲਾ ਦਈਏ, ਫਲ ਆਪੇ ਲਾਏਗਾ, ਫੁੱਲ ਆਪੇ ਲਾਏਗਾ, ਛਾਂ ਆਪੇ ਕਰੇਗਾ। ਬੂਟੇ ਤੇ ਲਾਈਏ ਨਾ, ਫਿਰ ਫਲ ਵੀ ਲਾਏਗਾ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੇ, ਇਸ ਬੇੜੇ ਕੋ। ਇਹ ਬੇੜਾ ਪਾਰ ਹੋ ਰਿਹਾ, ਇਹਦੀ ਕੀ ਨਿਸ਼ਾਨੀ ਹੈ? ਅੱਖਾਂ ਪਰਾਏ ਰੂਪ ਨੂੰ ਮੈਲ ਨਾਲ ਤੱਕਣੋਂ ਹਟ ਜਾਣ। ਸਮਝ ਲਓ ਅੱਖਾਂ ਮੰਜ਼ਿਲ ਵੱਲ ਵਧ ਰਹੀਆਂ ਨੇ। ਕੰਨ ਨਿੰਦਾ ਸੁਣਨੀ ਛੱਡ ਦੇਣ, ਸਮਝ ਲਓ ਬੇੜਾ ਅੱਗੇ ਵਧ ਰਿਹਾ। ਇਹ ਸਿੰਪਟਮ ਨੇ ਕੁਛ, ਕਿਵੇਂ ਗੱਲ ਬਣ ਰਹੀ ਹੈ ਕਿ ਨਹੀਂ ਬਣ ਰਹੀ, ਆਤਮ ਮੰਥਨ ਕਰਨਾ ਹੋਵੇ ਤੇ। ਜੇ ਉਹਨੂੰ ਭਾਵੇ ਤੇ ਗਿਆਨ ਇੰਦਰੀਆਂ ਨੂੰ ਚੰਗੇ ਪਾਸੇ ਲਾਣ ਵਾਲਾ ਜੋ ਉਹਦਾ ਹੁਕਮ ਹੈ ਉਹ ਮਨਾ ਲੈਂਦਾ ਤੇ ਇਸ ਬੇੜੇ ਕੋ ਪਾਰ ਲੰਘਾਵੇ। ਪਰ ਯਾਦ ਰੱਖਣਾ, ਆਪਣੇ ਯਤਨ ਨਾਲ ਇਹ ਨਹੀਂ ਹੋਣਾ। ਸਿਰਫ ਆਪਣਾ ਯਤਨ ਨਹੀਂ, ਯਤਨ ਕਰਨਾ ਹੈ। ਹੋਰ ਕੀ ਹੋਵੇਗਾ? ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ। ਗੁਰੂ ਦੀ ਕਿਰਪਾ ਨਾਲ ਐਸੀ ਬੁੱਧ ਪ੍ਰਾਪਤ ਹੋਈ। ਜਦੋਂ ਕਬੀਰ ਸਾਹਿਬ ਕਹਿੰਦੇ ਨੇ, ਲੇਲੇ ਕੋ ਚੂੰਗੇ ਨਿਤ। ਪਹਿਲਾਂ ਉਹ ਕਹਿੰਦੇ ਨੇ ਐਸੋ ਚਰਜ ਦੇਖਿਓ ਕਰੀਬ ਦੱਧ ਕਹਿ ਭੋਲੇ। ਲੋਕੀ ਪਾਣੀ ਚ ਮਧਾਣੀ ਪਾ ਕੇ ਬੈਠੇ ਨੇ, ਬੜੀ ਉਲਟੀ ਗੱਲ। ਉਹ ਕੰਮ ਕਰ ਰਹੇ ਨੇ ਜਿਹਦੇ ਚੋਂ ਪ੍ਰਾਪਤ ਕੁਛ ਨਹੀਂ ਹੋਣਾ। ਪਾਣੀ ਚ ਮਧਾਣੀ ਮੀਨਜ਼ ਉਹ ਕਰਮ ਕਾਂਡ ਜਿਹਦੇ ਚੋਂ ਪ੍ਰਾਪਤ ਕੁਛ ਨਹੀਂ ਹੋਣਾ। ਦੱਧ ਕਹਿ ਭੋਲੇ, ਦਹੀਂ ਦੇ ਭਲੇਖੇ ਬਰੋਲੇ ਨੀਰ ਪਾਣੀ ਨੂੰ ਰਿੜਕ ਰਹੇ ਨੇ। ਹਰੀ ਅੰਗੂਰੀ ਗਧਾ ਚਰੇ, ਜਿਵੇਂ ਖੋਤਾ ਖੇਤਾਂ ਵਿੱਚ ਹੀਂਗਦਾ, ਮੇਰਾ ਮਨ ਵਕਾਰਾਂ ਰੂਪੀ ਖੇਤੀ ਵਿੱਚ ਇਸ ਤਰ੍ਹਾਂ ਹੀਂਗਦਾ ਫਿਰਦਾ। ਨਿਤ ਉੱਠ ਹਾਸੈ ਹੀਂਗੈ ਮਰੇ, ਜਿਵੇਂ ਉਹ ਕਈ ਵਾਰ ਖਤਾਨ ਚ ਡਿੱਗ ਪੈਂਦਾ, ਕਈ ਵਾਰ ਐ ਵੀ ਆਤਮਕ ਮੌਤ ਦੇ ਟੋਏ ਵਿੱਚ ਡਿੱਗ ਪੈਂਦਾ। ਮਾਤਾ ਭੈਂਸਾ ਮਸਤਿਆ ਹੋਇਆ ਝੋਟਾ ਜਿਵੇਂ ਅਮੋੜ ਹੋ ਜਾਂਦਾ, ਮੇਰਾ ਮਨ ਵੀ ਅਮੋੜ ਹੋ ਗਿਆ। ਫਿਰ ਕਹਿੰਦੇ ਨੇ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਗੇ ਨਿਤ। ਮਹਾਰਾਜ ਕਹਿਣ ਲੱਗੇ ਕਬੀਰ ਸਾਹਿਬ ਮੁਬਾਰਕ, ਨਮਸਕਾਰ ਤੁਹਾਨੂੰ, ਪਰ ਇਹ ਤੇ ਦੱਸੋ ਵੀ ਖੇਡ ਪ੍ਰਗਟ ਕਿਵੇਂ ਹੋਈ? ਗੁਰਦਾਸ ਜੀ, ਜੀ ਮਹਾਰਾਜ, ਇੱਕ ਬੰਦ ਮੇਰਾ ਲਿਖੋ, ਸੰਗਤ ਨੂੰ ਸਮਝ ਆਵੇ। ਲਿਖੋ, ਰਾਮ ਰਮਤ ਮਤ ਪ੍ਰਗਟ ਆਈ, ਕਹੋ ਕਬੀਰ ਗੁਰ ਸੋਝੀ ਪਾਈ।
ਰਾਗ ਗੌੜੀ ਬਾਣੀ ਭਗਤ ਕਬੀਰ ਜੀਓ ਕੀ, ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਦੋ ਬਾਣੀਕਾਰਾਂ ਦਾ ਸ਼ਬਦ, ਇਹ ਵਿਲੱਖਣ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ, ਜਿਹਦਾ ਸਿਰਲੇਖ ਦੋ ਬਾਣੀਕਾਰਾਂ ਦੇ ਨਾਂ ਦੇ ਉੱਤੇ ਹੋਵੇ। ਰਾਮ ਰਮਤ, ਰਾਮ ਵਿੱਚ ਰਮ ਜਾਣ ਵਾਲੀ ਮਤ ਅਕਲ ਪ੍ਰਗਟ ਆਈ, ਪ੍ਰਗਟ ਹੋ ਗਈ। ਕਿਵੇਂ ਹੋ ਗਈ? ਕਹੋ ਕਬੀਰ, ਕਬੀਰ ਹੁਣ ਆਖ ਗੁਰ ਸੋਝੀ ਪਾਈ, ਇਹ ਸੋਝੀ ਗੁਰੂ ਨੇ ਦਿੱਤੀ। ਇਸੇ ਤਰ੍ਹਾਂ ਇੱਥੇ ਕਹਿ ਰਹੇ ਨੇ, ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਣ ਜਾਣੀ। ਆਵਾਗਾਉਣ ਦਾ ਚੱਕਰ ਹੀ ਮੁੱਕ ਗਿਆ। ਸਮਾਪਤੀ ਕਰੀਏ। ਕਹੋ ਕਬੀਰ ਭਜ ਸਾਰਿੰਗ ਪਾਣੀ, ਉਰਵਾਰ ਪਾਰ ਸਭ ਏਕੋ ਦਾਨੀ। ਏਕੋ ਦਾਨੀ ਅਕਾਲ ਪੁਰਖ ਵਾਹਿਗੁਰੂ ਹੈ। ਜੇਨ ਕੇਨ ਉਹਦਾ ਨਾਮ ਜਪ, ਉਹਦੇ ਨਾਮ ਦੀ ਬਰਕਤ ਨਾਲ ਹੀ ਇਹ ਜੀਵਨ ਸਫਲ ਹੁੰਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।